पहला तीजा भरम भुलाई सब जग फिरी फावी हुई भाल सो शहो शांत ना दे वई क्या चलै तिस नाल। भरम ਦਾ ਮਤਲਬ ਭਟਕਣਾ, ਭੁਲਾਈ ਦਾ ਮਤਲਬ ਭੁੱਲੀ ਹੋਈ, ਭਟਕਣਾ ਦੀ ਭੁੱਲੀ ਹੋਈ, ਭਟਕਣਾ ਦੀ ਭੁਲਾਈ ਹੋਈ। ਸਭ ਜਗ ਫਿਰੀ ਦਾ ਮਤਲਬ ਮੈਂ ਸਾਰੇ ਜਗਤ ਦੇ ਅੰਦਰ ਫਿਰੀ, ਸਾਰੇ ਜਗਤ ਨੂੰ ਮੈਂ ਘੁੰਮਦਿਆ। ਫਾਵੀ ਹੋਈ, ਫਾਵੀ ਹੋਈ ਦਾ ਮਤਲਬ ਹੁੰਦਾ ਹੈ ਝੱਲੇ ਹੋ ਜਾਣਾ, ਥੱਕ ਜਾਣਾ। ਭਾਲ ਦਾ ਮਤਲਬ ਭਾਲ ਕੇ, ਫਾਵੀ ਹੋਈ ਭਾਲ ਦਾ ਮਤਲਬ ਢੂੰਡ ਢੂੰਡ ਕੇ ਥੱਕ ਗਈ। ਤਾਂ ਸਾਰੀ ਪੰਕਤੀ ਦਾ ਅਰਥ ਇਸ ਤਰ੍ਹਾਂ ਹੋਏਗਾ ਕਿ ਭੁਲੇਖੇ ਵਿੱਚ ਭੁੱਲੀ ਹੋਈ ਮੈਂ ਪ੍ਰਭੂ ਨੂੰ ਸਾਰਾ ਜਗਤ ਢੂੰਡ ਢੂੰਡ ਕੇ ਖੱਪ ਗਈ, ਥੱਕ ਗਈ, ਹਾਰ ਗਈ, ਫਾਵੀ ਹੋ ਗਈ, ਚੱਲੀ ਹੋ ਗਈ, ਖੱਪ ਗਈ। ਯਾਨੀ ਪ੍ਰਭੂ ਨੂੰ ਜਗਤ ਦੇ ਅੰਦਰ ਬਾਹਰ ਬਾਹਰ ਢੂੰਡਿਆ ਗਿਆ, ਯਾਨੀ ਰੱਬ ਨੂੰ ਪਾਉਣ ਵਾਸਤੇ ਅਨੇਕਾਂ ਕਿਸਮ ਦੇ ਕਰਮ ਕਾਂਡ ਕੀਤੇ ਗਏ। ਸੋ ਸ਼ਹੁ ਸ਼ਾਂਤ ਨਾ ਦੇਵਈ ਕਿਆ ਚੱਲੇ ਤਿਸ ਨਾਲ। ਨਾ ਦੇਵਈ ਦਾ ਮਤਲਬ ਨਾ ਦੇਵੇ ਯਾਨੀ ਨਹੀਂ ਦਿੰਦਾ। ਤਿਸ ਨਾਲ ਦਾ ਮਤਲਬ ਉਸ ਪ੍ਰਭੂ ਦੇ ਨਾਲ। ਕਿਆ ਚੱਲੇ ਦਾ ਮਤਲਬ ਕੋਈ ਚਾਰਾ ਨਹੀਂ ਚੱਲਦਾ। ਪਰ ਇਸ ਤਰ੍ਹਾਂ ਉਹ ਖਸਮ ਪ੍ਰਭੂ ਹਿਰਦੇ ਵਿੱਚ ਸ਼ਾਂਤੀ ਨਹੀਂ ਦਿੰਦਾ, ਉਹਦੇ ਨਾਲ ਕੋਈ ਜ਼ੋਰ ਨਹੀਂ ਚੱਲਦਾ। ਮੈਂ ਢੂੰਡਦੀ ਰਹੀ, ਢੂੰਡ ਢੂੰਡ ਕੇ ਥੱਕ ਗਈ, ਪਰ ਐਵੇਂ ਪ੍ਰਭੂ ਨੇ ਮੇਰੇ ਹਿਰਦੇ ਵਿੱਚ ਸ਼ਾਂਤੀ ਨਾ ਦਿੱਤੀ, ਮੇਰਾ ਮਿਲਾਪ ਨਾ ਹੋਇਆ, ਉਹਦੇ ਨਾਲ ਕਿਸੇ ਦਾ ਕੋਈ ਚਾਰਾ ਨਹੀਂ ਚੱਲਦਾ। ਹੁਣ ਹੋ ਸਕਦਾ ਹੈ ਕਿ ਇਹ ਅਰਥ ਕਰਨ ਦੇ ਬਾਵਜੂਦ ਵੀ ਸਾਡੀ ਸਮਝ ਵਿੱਚ ਅਰਥ ਨਾ ਬੈਠੇ ਹੋਣ, ਤਾਂ ਅਸੀਂ ਹੋਰ ਸੌਖੀ ਸ਼ਬਦਾਵਲੀ ਵਿੱਚ ਐਵੇਂ ਕਹਿ ਸਕਦੇ ਹਾਂ ਕਿ ਆਮ ਜੋ ਇਨਸਾਨ ਹੈ, ਬਹੁ ਗਿਣਤੀ, ਰੱਬ ਨੂੰ ਬਾਹਰ ਢੂੰਡ ਰਿਹਾ ਹੈ ਇਹ ਸਮਝ ਕੇ ਕਿ ਸੰਸਾਰ ਦੇ ਨਾਲੋਂ ਵੱਖਰਾ ਹੈ, ਔਰ ਰੱਬ ਨੂੰ ਖੁਸ਼ ਕਰਨ ਵਾਸਤੇ ਅਨੇਕਾਂ ਕਰਮ ਕਰਦਾ ਹੈ, ਜਿਵੇਂ ਤੀਰਥ ਇਸ਼ਨਾਨ ਹੈ, ਜਪ ਤਪ ਸੰਜਮ ਹੈ, ਸਮਾਧੀਆਂ ਲਾਣੀਆਂ ਨੇ, ਸੰਸਾਰ ਦਾ ਤਿਆਗ ਕਰਨਾ ਹੈ, ਤਪ ਤਪੱਸਿਆ ਕਰਨੀ ਹੈ, ਪੂਜਾ ਅਰਚਨਾ ਕਰਨੀ ਹੈ, ਕਿ ਸ਼ਾਇਦ ਇਹ ਕਰਮ ਕਰ ਕਰਕੇ ਰੱਬ ਲੱਭ ਜਾਏ ਔਰ ਮੇਰੇ ਹਿਰਦੇ ਅੰਦਰ ਸ਼ਾਂਤੀ ਆ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਭਾਲ ਕਰ ਕਰਕੇ, ਐਸੇ ਕਰਮ ਕਰ ਕਰਕੇ ਬੰਦਾ ਥੱਕ ਜਾਂਦਾ ਹੈ, ਹਾਰ ਜਾਂਦਾ ਹੈ, ਲੇਕਿਨ ਹਿਰਦੇ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ, ਕਦੇ ਵੀ ਖੁਸ਼ੀ ਨਹੀਂ ਮਿਲਦੀ, ਕਦੀ ਵੀ ਪ੍ਰਭੂ ਚਿੱਤ ਵਿੱਚ ਆ ਕੇ ਨਹੀਂ ਟਿਕਦਾ, ਇਸ ਤਰ੍ਹਾਂ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ। ਤਾਂ ਫਿਰ ਸਾਨੂੰ ਕਰਨਾ ਕੀ ਚਾਹੀਦਾ ਹੈ? ਇਸ ਬਾਹਰ ਦੀ ਢੂੰਡ ਭਾਲ ਕਰਮ ਕਾਂਡਾਂ ਦੇ ਨਾਲ ਕਦੇ ਵੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ ਹੈ। ਤਾਂ ਫਿਰ ਅਸਲ ਜ਼ਿੰਦਗੀ ਕੀ ਹੈ, ਜਾਂ ਅਸਲ ਪ੍ਰਭੂ ਦੇ ਮਿਲਾਪ ਦਾ ਰਾਸਤਾ ਕੀ ਹੈ, ਜਾਂ ਭਗਤੀ ਬੰਦਗੀ ਕੀ ਹੈ, ਜਾਂ ਸੁਖ ਸ਼ਾਂਤੀ ਰੱਖਣ ਵਾਸਤੇ ਅਸਲ ਮਾਰਗ ਕੀ ਹੈ? ਤਾਂ ਗੁਰੂ ਜੀ ਅਗਲੀ ਪੰਕਤੀ ਵਿੱਚ ਦੱਸ ਰਹੇ ਨੇ, ਗੁਰ ਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰਤਾਰ। ਹੁਣ ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ, ਹਰ ਦਾ ਮਤਲਬ ਜੋ ਹਰ ਥਾਂ ਤੇ ਹੈ, ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਰੱਖੀਏ ਦਾ ਮਤਲਬ ਰੱਖਣਾ, ਉਰ ਦਾ ਮਤਲਬ ਹਿਰਦਾ, ਧਾਰ ਦਾ ਮਤਲਬ ਧਾਰ ਕੇ, ਤੇ ਹਿਰਦੇ ਦਾ ਮਤਲਬ ਹੈ ਸੋਚ। ਗੁਰੂ ਜੀ ਸਾਨੂੰ ਸਮਝਾ ਰਹੇ ਨੇ ਸਤਿਗੁਰ ਦੀ ਮਿਹਰ ਦੇ ਨਾਲ, ਸਤਿਗੁਰ ਦੇ ਗਿਆਨ ਰਾਹੀਂ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਜਾ ਸਕਦਾ ਹੈ, ਯਾਨੀ ਉਹਦੇ ਗੁਣ ਗਾਏ ਜਾ ਸਕਦੇ ਨੇ, ਰੱਬੀ ਗੁਣਾਂ ਦੇ ਨਾਲ ਜੁੜਿਆ ਜਾ ਸਕਦਾ ਹੈ ਗੁਰੂ ਦੇ ਗਿਆਨ ਕਰਕੇ, ਔਰ ਉਸ ਪ੍ਰਭੂ ਨੂੰ ਅੰਦਰ ਵਸਾਇਆ ਜਾ ਸਕਦਾ ਹੈ, ਰੱਬੀ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਜਾ ਸਕਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਸਾਨੂੰ ਗੁਰੂ ਤੋਂ ਗਿਆਨ ਦੀ ਦਾਤ ਲੈਣੀ ਪਵੇਗੀ, ਔਰ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਣਾ ਹੋਵੇਗਾ। ਸਾਨੂੰ ਹਰ ਕਰਮ ਪਰਖਣਾ ਹੋਵੇਗਾ ਕਿ ਇਹ ਕਰਮ ਠੀਕ ਹੈ ਵੀ ਜਾਂ ਨਹੀਂ ਹੈ। ਚੰਗੇ ਔਰ ਮਾੜੇ ਦੀ, ਸਹੀ ਔਰ ਗਲਤ ਦੀ, ਪੁੰਨ ਔਰ ਪਾਪ ਦੀ, ਧਰਮ ਔਰ ਅਧਰਮ ਦੀ ਵਿਚਾਰ ਕਰਕੇ, ਪਹਿਚਾਨ ਕਰਕੇ ਗਲਤ ਨੂੰ ਛੱਡਣਾ ਹੋਵੇਗਾ ਔਰ ਸਹੀ ਨੂੰ ਅਪਣਾਉਣਾ ਹੋਵੇਗਾ। ਇਹ ਗੱਲ ਪੱਕੀ ਪੱਲੇ ਬੰਨਣ ਵਾਲੀ ਹੈ। ਔਰ ਕੀ ਠੀਕ ਹੈ ਕੀ ਗਲਤ ਹੈ, ਇਹਦੇ ਵਾਸਤੇ ਗਿਆਨ ਦੀ ਲੋੜ ਹੈ। ਤਾਂ ਹੀ ਗੁਰਦੇਵ ਪਾਤਸ਼ਾਹ ਜੀ ਸਾਨੂੰ ਥਾਂ ਪਰ ਥਾਂ ਕਹਿੰਦੇ ਹਨ, ਅਕਲੀ ਸਾਹਿਬ ਸੇਵੀਐ ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਐ ਅਕਲੀ ਪਾਈਐ ਮਾਨ। ਗਿਆਨ ਦੀ ਸਹੀ ਵਰਤੋਂ ਕਰਕੇ
ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ, ਆਪਣੀ ਸੋਚ ਦੇ ਅੰਦਰ ਵਸਾਉਣਾ ਚਾਹੀਦਾ ਹੈ ਔਰ ਉਹਦੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਤਾਂ ਜੀਵਨ ਸਫਲ ਲਈ ਸਾਡੇ ਕੋਲ ਕੀ ਪੁਆਇੰਟ ਆ ਗਿਆ ਕਿ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ, ਰੱਬੀ ਗੁਣਾਂ ਨੂੰ ਆਪਣੀ ਸੋਚ ਅੰਦਰ ਵਸਾਉਣਾ ਹੈ, ਆਪਣੇ ਚੇਤੇ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਉਣਾ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਇਹ ਪ੍ਰਭੂ ਮਿਲਾਪ ਦਾ ਔਰ ਖੁਸ਼ੀ ਸ਼ਾਂਤੀ ਦਾ ਸਹੀ ਰਾਸਤਾ ਹੈ। ਨਾਨਕ ਘਰ ਬੈਠਿਆਂ ਸ਼ੋਹ ਪਾਇਆ, ਜਾਂ ਕਿਰਪਾ ਕੀਤੀ ਕਰਤਾਰ। ਜਦੋਂ ਗੁਰੂ ਗਿਆਨ ਮੁਤਾਬਕ ਅਸੀਂ ਜ਼ਿੰਦਗੀ ਜੀਵੀ, ਗੁਰ ਪ੍ਰਸਾਦੀ ਹਰ ਧਿਆਈ ਹੈ, ਯਾਨੀ ਜੇ ਗੁਰੂ ਗਿਆਨ ਮੁਤਾਬਕ ਕੋਈ ਬੰਦਾ ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲੈ, ਚੰਗੇ ਮਾੜੇ ਦੀ ਪਹਿਚਾਨ ਕਰਕੇ ਮਾੜੇ ਨੂੰ ਛੱਡ ਕੇ ਚੰਗੇ ਨੂੰ ਅਪਣਾ ਲਵੇ, ਤਾਂ ਗੁਰੂ ਜੀ ਕਹਿੰਦੇ ਨੇ ਫਿਰ ਘਰ ਬੈਠਿਆਂ ਹੀ ਰੱਬ ਨੂੰ ਲੱਭ ਲਿਆ ਜਾਂਦਾ ਹੈ। ਘਰ ਬੈਠਿਆਂ ਸ਼ੋਹ ਪਾਇਆ, ਉਹਨਾਂ ਨੇ ਘਰ ਬੈਠਿਆਂ ਹੀ ਰੱਬ ਨੂੰ ਪਾ ਲਿਆ। ਉਹਨਾਂ ਨੂੰ ਸੰਸਾਰ ਛੱਡਣ ਦੀ ਲੋੜ ਨਹੀਂ, ਗ੍ਰਸਥ ਛੱਡਣ ਦੀ ਲੋੜ ਨਹੀਂ, ਕੰਮਕਾਰ ਛੱਡਣ ਦੀ ਲੋੜ ਨਹੀਂ, ਹਿਰਦੇ ਘਰ ਦੇ ਅੰਦਰ ਟਿਕ ਕੇ ਹੀ ਪ੍ਰਭੂ ਨੂੰ ਪਾ ਲਿਆ। ਜਾਂ ਕਿਰਪਾ ਕੀਤੀ ਕਰਤਾਰ, ਉਹਨਾਂ ਤੇ ਰੱਬ ਨੇ ਰਹਿਮਤ ਕਰਤੀ। ਹੁਣ ਰੱਬ ਦੀ ਰਹਿਮਤ ਕਿਹਨਾਂ ਤੇ ਹੋਈ? ਜਿਨ੍ਹਾਂ ਨੇ ਗੁਰੂ ਦੇ ਗਿਆਨ ਰਾਹੀਂ ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਇਆ, ਰੱਬੀ ਰਜ਼ਾ ਦੇ ਵਿੱਚ ਤੁਰੇ, ਉਹਨਾਂ ਤੇ ਪ੍ਰਭੂ ਦੀ ਰਹਿਮਤ ਹੋ ਗਈ, ਉਹਨਾਂ ਨੇ ਘਰ ਬੈਠਿਆਂ ਹੀ ਪ੍ਰਭੂ ਨੂੰ ਪਾ ਲਿਆ। ਦੇਖੋ ਕਿੰਨਾ ਸੌਖਾ ਸਾਧਨ ਹੈ, ਰੱਬ ਨੂੰ ਪਾਉਣ ਦਾ ਕਿੰਨਾ ਸੌਖਾ ਸਾਧਨ ਹੈ। ਪਰ ਇੱਥੇ ਇਹ ਗੱਲ ਸਪਸ਼ਟ ਕਰਨ ਵਾਲੀ ਹੈ ਕਿ ਰੱਬ ਨੂੰ ਅਸੀਂ ਇਸ ਦੁਨੀਆ ਨਾਲੋਂ ਵੱਖਰਾ ਨਹੀਂ ਸਮਝਣਾ। ਜਿਸ ਨੂੰ ਅਸੀਂ ਰੱਬ ਮੰਨਦੇ ਹਾਂ ਕਿ ਦੁਨੀਆ ਤੋਂ ਵੱਖਰਾ ਕੋਈ ਸਾਡੇ ਅੱਗੇ ਬੰਦੇ ਦੇ ਰੂਪ ਵਿੱਚ ਪ੍ਰਗਟ ਹੋਵੇ ਜਾਂ ਕੋਈ ਸ਼ਕਲ ਬਣਾ ਕੇ, ਉਸ ਭਰਮ ਤੋਂ ਬਚਣਾ ਹੈ। ਰੱਬ ਨੂੰ ਪਾਉਣ ਦਾ ਮਤਲਬ ਰੱਬੀ ਗੁਣਾਂ ਨੂੰ ਪਾ ਲੈਣਾ ਹੈ, ਰੱਬੀ ਗੁਣਾਂ ਦੇ ਅੰਦਰ ਆਪਣੇ ਆਪ ਨੂੰ ਅਭੇਦ ਕਰ ਦੇਣਾ ਹੈ, ਰੱਬੀ ਸੋਚ, ਗੁਰੂ ਦੀ ਸੋਚ ਵਿੱਚ ਆਪਣੀ ਸੋਚ ਨੂੰ ਅਭੇਦ ਕਰ ਦੇਣਾ ਹੀ ਰੱਬ ਨੂੰ ਪਾ ਲੈਣਾ ਹੈ। ਜੇ ਇਹ ਗੱਲ ਸਾਡੀ ਸਮਝ ਵਿੱਚ ਬਹਿ ਜਾਏ ਤਾਂ ਦੇਖੋ ਫਿਰ ਐਸਾ ਕੰਮ ਅਸੀਂ ਸਾਰੇ ਕਰ ਸਕਦੇ ਹਾਂ, ਐਸੀ ਜ਼ਿੰਦਗੀ ਅਸੀਂ ਸਾਰੇ ਜੀ ਸਕਦੇ ਹਾਂ। ਪੋਸੀਬਿਲਿਟੀ ਹੈ, ਗੁਰੂ ਗਿਆਨ ਮੁਤਾਬਕ ਅਸੀਂ ਜ਼ਿੰਦਗੀ ਜੀ ਸਕਦੇ ਹਾਂ, ਕਿਉਂਕਿ ਔਗਣਾਂ ਦੀ ਬਜਾਏ ਗੁਣਾਂ ਦੇ ਉੱਤੇ ਘੱਟ ਜ਼ੋਰ ਲੱਗਦਾ ਹੈ, ਐਨਰਜੀ ਘੱਟ ਖਰਚ ਹੁੰਦੀ ਹੈ। ਤਾਂ ਉਹਨਾਂ ਨੇ ਘਰ ਬੈਠਿਆਂ ਹੀ ਪ੍ਰਭੂ ਨੂੰ ਪਾ ਲਿਆ। ਮਹਿਲਾ ਤੀਜਾ, ਧੰਧਾ ਧਾਵਤ ਦਿਨ ਗਿਆ, ਰੈਣ ਗਵਾਈ ਸੋਏ। ਧਾਵਤ ਦਾ ਮਤਲਬ ਦੌੜਦਿਆਂ, ਭਟਕਦਿਆਂ, ਰਹਿਣ ਦਾ ਮਤਲਬ ਰਾਤ, ਸੋਏ ਦਾ ਮਤਲਬ ਸੌਂ ਕੇ, ਧੰਦਾ ਦਾ ਮਤਲਬ ਧੰਦੇ, ਜੰਜਾਲ। ਹੁਣ ਕੰਮ ਔਰ ਧੰਦਿਆਂ ਦੇ ਵਿੱਚ, ਕਿਰਤ ਔਰ ਧੰਦਿਆਂ ਵਿੱਚ ਫਰਕ ਹੈ। ਇਹ ਚੀਜ਼ ਸਮਝਣ ਵਾਲੀ ਹੈ। ਅਸੀਂ ਜ਼ਿੰਦਗੀ ਦੇ ਅੰਦਰ ਕੰਮ ਕਰਨਾ ਹੈ, ਹਰ ਇਨਸਾਨ ਨੂੰ, ਇਸਤਰੀ ਪੁਰਸ਼ ਨੂੰ ਕੰਮ ਕਰਨਾ ਹੀ ਪੈਣਾ ਹੈ, ਕਿਰਤ ਕਰਨੀ ਹੀ ਪੈਣੀ ਹੈ। ਕਦੇ ਵੀ ਬੰਦਾ ਐਸੇ ਸਮਾਜ ਦੀ ਸਿਰਜਣਾ ਨਹੀਂ ਕਰ ਪਾਏਗਾ ਜਿਸ ਸਮਾਜ ਦੇ ਅੰਦਰ ਕੰਮ ਕਰਨ ਤੋਂ ਬਿਨਾਂ ਜ਼ਿੰਦਗੀ ਚੱਲ ਸਕਦੀ ਹੋਵੇ। ਕੰਮ ਕਰਨਾ ਹੀ ਪੈਣਾ ਹੈ, ਪਹਿਲੀ ਗੱਲ। ਦੂਜੀ ਗੱਲ, ਸਾਡੇ ਕੰਮ ਹੀ ਰੱਬ ਦੀ ਭਗਤੀ ਬਣ ਜਾਂਦੇ ਨੇ ਔਰ ਸਾਡੇ ਕੰਮ ਹੀ ਧੰਦੇ ਔਰ ਜੰਜਾਲ ਬਣ ਜਾਂਦੇ ਨੇ। ਜਦੋਂ ਕੋਈ ਸੱਚ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਉਹਨੂੰ ਕਹਿੰਦੇ ਨੇ ਸੁਕ੍ਰਿਤ, ਜਿਹਨੂੰ 10 ਨਵਾਂ ਦੀ ਧਰਮ ਦੀ ਕਿਰਤ ਕਹਿੰਦੇ ਨੇ, ਜਿਸ ਨੂੰ ਗੁਰੂ ਜੀ ਨੇ ਕਿਰਤ ਦਾ ਨਾਮ ਦਿੱਤਾ ਹੈ, ਸੁਕ੍ਰਿਤ। ਸੱਚ ਨੂੰ ਆਧਾਰ ਬਣਾ ਕੇ ਜਦੋਂ ਅਸੀਂ ਕਰਮ ਕਰਦੇ ਹਾਂ, ਉਹ ਕਰਮ ਭਗਤੀ ਬਣ ਜਾਂਦੇ ਨੇ, ਉਹ ਕਰਮ ਸੁਖ ਦਾ ਸਾਧਨ ਬਣਦੇ ਨੇ। ਤੇ ਜਦੋਂ ਬੰਦਾ ਝੂਠ ਔਰ ਲੋਭ ਲਾਲਚ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਉਹ ਕੰਮ ਇਹਦੀ ਜ਼ਿੰਦਗੀ ਵਾਸਤੇ ਧੰਦੇ ਬਣ ਜਾਂਦੇ ਨੇ। ਉਹਨਾਂ ਨੂੰ ਕੰਮ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਧੰਦੇ ਕਿਹਾ ਜਾਂਦਾ। ਜਿਵੇਂ 2 ਨੰਬਰ ਦਾ ਧੰਦਾ, ਉਹ ਜੰਜਾਲ ਬਣ ਜਾਂਦੇ ਨੇ, ਉਹ ਦੁੱਖਾਂ ਦਾ ਕਾਰਨ ਬਣ ਜਾਂਦੇ ਨੇ। ਹੁਣ ਬੰਦੇ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਉਹ ਆਪਣੇ ਕੰਮਾਂ ਨੂੰ ਰੱਬ ਦੀ ਭਗਤੀ ਬਣਾਉਣਾ ਚਾਹੁੰਦਾ ਹੈ ਜਾਂ ਕਿ ਧੰਦੇ ਔਰ ਜੰਜਾਲ ਬਣਾਉਣਾ ਚਾਹੁੰਦਾ ਹੈ। ਇਹ ਚੋਣ ਬੰਦੇ ਦੀ ਆਪਣੀ ਹੈ। ਪਰ ਬਦਕਿਸਮਤੀ ਦੇ ਨਾਲ ਬੰਦੇ ਨੇ ਕਿਰਤ ਨਾ ਚੁਣ ਕੇ ਧੰਦੇ ਚੁਣ ਲਏ, ਸੱਚ ਦੀ ਬਜਾਏ ਝੂਠ ਨੂੰ ਚੁਣ ਲਿਆ। ਤਾਂ ਗੁਰੂ ਜੀ ਉਹਨਾਂ ਦੀ ਗੱਲ ਕਰ ਰਹੇ ਨੇ ਕਿ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਨੇ, ਆਪ ਹੁਦਰੇ ਨੇ, ਸਾਰਾ ਦਿਨ ਉਹਨਾਂ ਦਾ ਭਟਕਦਿਆਂ, ਮਾੜੇ ਕਰਮ ਕਰਦਿਆਂ ਬੀਤਦਾ ਹੈ। ਰਹਿਣ ਗਵਾਈ ਸੋਏ, ਤੇ ਰਾਤ ਨੂੰ ਸੌਂ ਜਾਂਦੇ ਨੇ, ਸੌਂ ਕੇ ਗੁਜ਼ਾਰ ਦਿੰਦੇ ਨੇ। ਰਾਤ ਸੌਂ ਕੇ ਗੁਜ਼ਰ ਗਈ ਤੇ ਦਿਨ ਧੰਦਿਆਂ ਦੇ ਅੰਦਰ ਗੁਜ਼ਰ ਗਈ, ਜੰਜਾਲਾਂ ਵਿੱਚ ਗੁਜ਼ਰ ਗਈ, ਮਾੜੇ ਕਰਮਾਂ ਵਿੱਚ ਗੁਜ਼ਰ ਗਈ। ਝੂਠ ਨੂੰ ਬੇਸ ਬਣਾ ਕੇ ਕੰਮ ਕਰਦਿਆਂ ਸਾਰਾ ਦਿਨ ਲੰਘ ਗਿਆ, ਰਾਤ ਸੌਂ ਕੇ ਲੰਘ ਗਈ।
ਕੂੜ ਬੋਲ ਬਿਖ ਖਾਇਆ, ਮਨਮੁਖ ਚੱਲਿਆ ਰੋਏ। ਕੂੜ ਬੋਲ ਦਾ ਮਤਲਬ ਝੂਠ ਬੋਲ ਬੋਲ ਕੇ, ਬਿਖ ਦਾ ਮਤਲਬ ਜ਼ਹਿਰ, ਮਨਮੁਖ ਤੋਂ ਭਾਵ ਆਪ ਹੁਦਰਾ, ਚੱਲਿਆ ਦਾ ਮਤਲਬ ਜੀਵਨ ਜੀਵਿਆ, ਰੋਏ ਦਾ ਮਤਲਬ ਰੋ ਰੋ ਕੇ, ਦੁਖੀ ਹੋ ਕੇ। ਚੱਲਿਆ ਦਾ ਮਤਲਬ ਮਰ ਜਾਣਾ ਵੀ ਹੁੰਦਾ ਹੈ, ਖਤਮ ਹੋ ਜਾਣਾ ਵੀ ਹੁੰਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਆਪ ਹੁਦਰਾ ਮਨੁੱਖ ਹੈ, ਸੱਚ ਨੂੰ, ਰੱਬੀ ਗੁਣਾਂ ਨੂੰ, ਗੁਰੂ ਦੀ ਸੋਚ ਨੂੰ, ਗੁਰੂ ਗਿਆਨ ਨੂੰ ਭੁਲਾ ਕੇ ਝੂਠ ਬੋਲ ਬੋਲ ਕੇ ਜ਼ਹਿਰ ਖਾਂਦਾ ਹੈ, ਆਤਮਕ ਮੌਤ ਮਰਦਾ ਹੈ, ਆਤਮਕ ਮੌਤ ਲਿਆਉਣ ਵਾਲੇ ਕਰਮ ਕਰਦਾ ਹੈ। ਕੂੜ ਬੋਲਣਾ ਜ਼ਹਿਰ ਖਾਣ ਦੇ ਬਰਾਬਰ ਹੀ ਹੈ। ਜ਼ਹਿਰ ਖਾਣ ਦੇ ਨਾਲ ਜਿਵੇਂ ਸਰੀਰ ਮਰ ਜਾਂਦਾ ਹੈ, ਇਵੇਂ ਵਿਕਾਰ ਔਰ ਪਾਪ ਕਮਾਨ ਦੇ ਨਾਲ ਅੰਦਰੋਂ ਜ਼ਮੀਰ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ, ਆਤਮਕ ਮੌਤ ਹੋ ਜਾਂਦੀ ਹੈ। ਇਸ ਲਈ ਗੁਰਬਾਣੀ ਦੇ ਅੰਦਰ ਝੂਠ, ਫਰੇਬ ਜਾਂ ਜੋ 2 ਨੰਬਰ ਦੇ ਧੰਦੇ, ਪਾਪ, ਅਪਰਾਧ ਨੇ, ਇਹਨਾਂ ਨੂੰ ਬਿਖ ਕਿਹਾ ਹੈ, ਕਿਉਂਕਿ ਇਹ ਜ਼ਹਿਰ ਹੈ, ਆਤਮਕ ਮੌਤ ਲਿਆਉਣ ਵਾਲੇ ਨੇ। ਤਾਂ ਚੱਲਿਆ ਰੋਏ ਦਾ ਮਤਲਬ ਦੁਖੀ ਹੋ ਕੇ ਜੀਵਨ ਜੀਵਿਆ। ਜੋ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਹੈ, ਉਹ ਕੂੜ ਬੋਲ ਬੋਲ ਕੇ ਸਾਰੀ ਜ਼ਿੰਦਗੀ ਜੀਵਨ ਜੀਂਦਾ ਹੈ ਦੁਖੀ ਹੋ ਕੇ, ਔਰ ਕੂੜ ਬੋਲ ਕੇ ਜ਼ਹਿਰ ਖਾ ਕੇ ਆਤਮਕ ਮੌਤੇ ਮਰ ਜਾਂਦਾ। ਆਤਮਕ ਮੌਤੇ ਮਰਦਾ, ਦੁੱਖਾਂ ਦੇ ਵਿੱਚ ਜ਼ਿੰਦਗੀ ਜੀਂਦਾ ਹੈ। ਉਹਦਾ ਸਾਰਾ ਜੀਵਨ ਦੁੱਖਾਂ ਦੇ ਵਿੱਚ ਬੀਤਦਾ ਹੈ। ਉਹਦੇ ਜੀਵਨ ਦੇ ਅੰਦਰ ਕਦੇ ਵੀ ਸ਼ਾਂਤੀ ਨਹੀਂ ਹੁੰਦੀ। ਸਿਰੇ ਉੱਪਰ ਜਮ ਡੰਡ ਹੈ, ਦੂਜੇ ਭਾਏ ਪੱਤ ਖੋਏ। ਇਹਨੂੰ ਪੱਤ ਪੋਲਾ ਜਿਹਾ ਨਹੀਂ ਪੜਨਾ, ਪੱਤ ਪੜਨਾ ਹੈ ਪੱਪੇ ਤੇ ਅੱਧਕ ਲਗਾ ਕੇ। ਪੱਤ ਦਾ ਮਤਲਬ ਇੱਜ਼ਤ, ਸਿਰੇ ਉੱਪਰ ਦਾ ਮਤਲਬ ਸਿਰ ਉੱਤੇ, ਡੰਡ ਦਾ ਮਤਲਬ ਡੰਡਾ, ਦੂਜੇ ਭਾਏ ਦਾ ਮਤਲਬ ਪ੍ਰਭੂ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਕਿਸੇ ਹੋਰ ਦਾ ਪਿਆਰ, ਵਿਕਾਰਾਂ ਦਾ ਪਿਆਰ। ਤਾਂ ਗੁਰੂ ਜੀ ਪਾਵਨ ਬਚਨ ਕਰ ਰਹੇ ਨੇ ਕਿ ਜੋ ਆਪ ਖੁਦਰਾ ਮਨੁੱਖ ਹੈ, ਉਹਦੇ ਸਿਰ ਤੇ ਹਮੇਸ਼ਾ ਆਤਮਕ ਮੌਤ ਦਾ ਡੰਡਾ ਤਿਆਰ ਰਹਿੰਦਾ ਹੈ। ਰੱਬ ਨੂੰ ਛੱਡ ਕੇ, ਗੁਣਾਂ ਨੂੰ ਛੱਡ ਕੇ ਉਸ ਦੀ ਪ੍ਰੀਤ ਔਗੁਣਾਂ ਦੇ ਵਿੱਚ ਹੁੰਦੀ ਹੈ, ਇਸ ਲਈ ਉਹ ਆਪਣੀ ਇੱਜ਼ਤ ਵੀ ਗਵਾ ਲੈਂਦਾ ਹੈ। ਮੇਰ ਤੇਰ ਦੇ ਅੰਦਰ ਵਿਤਕਰੇ ਨੇ, ਦਵੈਤ ਭਾਵ ਹੈ, ਮੇਰ ਤੇਰ ਦੇ ਵਿਤਕਰੇ ਨੇ, ਔਰ ਉਹਦੇ ਸਿਰ ਦੇ ਉੱਤੇ ਹਮੇਸ਼ਾ ਜਮ ਦਾ ਡੰਡ ਹੁੰਦਾ ਹੈ। ਜਮ ਡੰਡ ਦਾ ਮਤਲਬ ਆਤਮਕ ਮੌਤ ਦਾ ਡੰਡਾ, ਵਿਕਾਰਾਂ ਦੇ ਵਿੱਚ ਹੈ, ਆਤਮਕ ਮੌਤ ਤੇ ਮਰਿਆ ਰਹਿੰਦਾ ਹੈ, ਔਰ ਨਾਲ ਆਪਣੀ ਇੱਜ਼ਤ ਵੀ ਗਵਾ ਲੈਂਦਾ ਹੈ। ਇਨਸਾਨੀਅਤ ਵੀ ਗਈ, ਇੱਜ਼ਤ ਵੀ ਗਈ, ਔਰ ਜੀਵਨ ਦੇ ਅੰਦਰੋਂ ਸ਼ੁਭ ਗੁਣ ਵੀ ਗਏ, ਤੇ ਨਾਲ ਸੁਖ ਔਰ ਸ਼ਾਂਤੀ ਵੀ ਜਾਂਦੀ ਰਹੀ। ਹਰ ਨਾਮ ਕਦੇ ਨਾ ਚੇਤਿਓ, ਫਿਰ ਆਵਣ ਜਾਣਾ ਹੋਏ। ਹਰ ਨਾਮ ਦਾ ਮਤਲਬ ਰੱਬੀ ਗੁਣ ਜਾਂ ਰੱਬੀ ਹੁਕਮ, ਨਾ ਚੇਤਿਓ ਦਾ ਮਤਲਬ ਕਦੇ ਯਾਦ ਨਹੀਂ ਕਰਦਾ, ਫਿਰ ਦਾ ਮਤਲਬ ਮੁੜ ਮੁੜ ਕੇ, ਆਵਣ ਜਾਣਾ ਮਤਲਬ ਆਉਣਾ ਔਰ ਜਾਣਾ, ਮਤਲਬ ਭਟਕਣਾ, ਹੋਏ ਦਾ ਮਤਲਬ ਹੁੰਦੀ ਹੈ। ਤਾਂ ਉਹ ਪ੍ਰਭੂ ਦੇ ਗੁਣਾਂ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਜਿਹਦੀ ਯਾਦ ਦੇ ਅੰਦਰ ਰੱਬੀ ਗੁਣ ਨਹੀਂ ਹਨ, ਮੁੜ ਮੁੜ ਕੇ ਉਹਦੇ ਜੀਵਨ ਦੇ ਅੰਦਰ ਭਟਕਣਾ ਬਣੀ ਰਹਿੰਦੀ ਹੈ। ਇੱਕ ਪਲ ਵੀ ਉਹਦਾ ਮਨ ਸੁੱਖਾਂ ਦੇ ਵਿੱਚ, ਗੁਣਾਂ ਦੇ ਵਿੱਚ ਟਿਕਦਾ ਨਹੀਂ ਹੈ। ਆਵਣ ਜਾਣ ਦਾ ਮਤਲਬ ਭਟਕਣਾ, ਮਨ ਭਟਕਦਾ ਰਹਿੰਦਾ ਹੈ, ਕਦੇ ਇੱਕ ਪਾਸੇ ਤੇ ਕਦੇ ਦੂਜੇ ਪਾਸੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਉਹਦਾ ਮਨ ਵਿਕਾਰਾਂ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ। ਕਿਉਂ? ਕਿ ਉਹਨੇ ਹਰੀ ਨਾਮ ਨੂੰ, ਰੱਬੀ ਗੁਣਾਂ ਨੂੰ ਕਦੇ ਵੀ ਚੇਤੇ ਨਹੀਂ ਕੀਤਾ। ਤਾਂ ਜਿਹੜਾ ਰੱਬੀ ਗੁਣਾਂ ਨੂੰ ਚੇਤੇ ਨਹੀਂ ਕਰੇਗਾ, ਉਹਦਾ ਮਨ ਵਿਕਾਰਾਂ ਦੇ ਵਿੱਚ ਭਟਕਦਾ ਰਹੇਗਾ। ਹੁਣ ਇਹਦਾ ਸੋਲੂਸ਼ਨ ਦੱਸ ਰਹੇ ਨੇ ਅਗਲੀ ਪੰਕਤੀ ਵਿੱਚ ਕਿ ਇਹਦਾ ਹੱਲ ਕੀ ਹੈ, ਬਚਿਆ ਕਿਵੇਂ ਜਾਏ। ਗੁਰ ਪ੍ਰਸਾਦੀ ਹਰ ਮਨ ਵਸੈ, ਜਮ ਡੰਡ ਨਾ ਲਾਗੇ ਆਏ। ਗੁਰੂ ਜੀ ਕਹਿੰਦੇ ਨੇ ਪਰ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰ ਦੀ ਮਿਹਰ ਦੇ ਨਾਲ ਪ੍ਰਭੂ ਆਵਸੇ, ਰੱਬੀ ਗੁਣ ਆਣ ਕੇ ਵਸ ਜਾਣ, ਮਨ ਦਾ ਮਤਲਬ ਮੈਂਟੈਲਿਟੀ, ਸੋਚ, ਜਮ ਡੰਡ ਨਾ ਲਾਗੇ ਆਏ, ਉਹਨੂੰ ਜਮ ਦਾ ਡੰਡ ਨਹੀਂ ਵੱਜਦਾ, ਯਾਨੀ ਉਹਨੂੰ ਆਤਮਕ ਮੌਤ ਨਹੀਂ ਹੁੰਦੀ, ਉਹ ਆਤਮਕ ਮੌਤ ਤੇ ਨਹੀਂ ਮਰਦਾ। ਜਮ ਡੰਡ ਦਾ ਮਤਲਬ ਆਤਮਕ ਮੌਤ ਦਾ ਡੰਡਾ, ਉਹਨੂੰ ਆਤਮਕ ਮੌਤ ਦਾ ਡੰਡਾ ਨਹੀਂ ਵੱਜਦਾ।
यानी ਉਹਦੀ ਆਤਮਿਕ ਮੌਤ ਨਹੀਂ ਹੁੰਦੀ, ਉਹਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ, ਉਹਦੀ ਜ਼ਮੀਰ ਕਦੇ ਨਹੀਂ ਮਰਦੀ। ਕਿਦੀ? ਗੁਰੂ ਦੀ ਕਿਰਪਾ ਨਾਲ, ਜਿਸ ਦੇ ਮਨ ਦੇ ਅੰਦਰ ਪ੍ਰਭੂ ਵਸ ਜਾਂਦਾ। ਤਾਂ ਇਹਦਾ ਮਤਲਬ ਵਿਕਾਰਾਂ ਤੋਂ ਬਚਣ ਦਾ, ਆਤਮਿਕ ਮੌਤ ਤੋਂ ਬਚਣ ਦਾ ਇੱਕੋ ਇੱਕ ਵਸੀਲਾ ਹੈ, ਗੁਰੂ ਦੇ ਗਿਆਨ ਮੁਤਾਬਕ ਜੀਵਨ ਜੀਣਾ ਔਰ ਸ਼ੁਭ ਗੁਣਾਂ ਦੇ ਧਾਰਨੀ ਹੋਣਾ, ਮਨ ਬਚਨ ਔਰ ਕਰਮ ਕਰਕੇ ਰੱਬੀ ਰਜ਼ਾ ਦੇ ਵਿੱਚ ਤੁਰਨਾ। ਜਿਹੜਾ ਵੀ ਐਸੀ ਜ਼ਿੰਦਗੀ ਜੀਵੇਗਾ ਉਹਨੂੰ ਆਤਮਿਕ ਮੌਤ ਨਹੀਂ ਪੋਹੇਗੀ। ਨਾਨਕ ਸਹਿਜੇ ਮਿਲ ਰਹਿ ਕਰਮ ਪ੍ਰਾਪਤ ਹੋਏ। ਸਹਿਜੇ ਦਾ ਮਤਲਬ ਸਹਿਜ ਵਿੱਚ, ਅਡੋਲ ਅਵਸਥਾ ਵਿੱਚ। ਕਰਮ ਦਾ ਮਤਲਬ ਬਖਸ਼ਿਸ਼ ਦੀ ਰਾਹੀਂ ਉਹ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਤੇ ਜਿਹੜਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਕਰਮ ਪ੍ਰਾਪਤ ਹੋਏ, ਉਹਨੂੰ ਪ੍ਰਭੂ ਦੀ ਰਹਿਮਤ ਪ੍ਰਾਪਤ ਹੋ ਜਾਂਦੀ ਹੈ, ਉਹ ਰਹਿਮਤ ਦਾ ਪਾਤਰ ਬਣ ਜਾਂਦਾ ਹੈ, ਉਹ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਕਿਸੇ ਵੀ ਢੰਗ ਦੇ ਨਾਲ ਆਪ ਕਹਿ ਸਕਦੇ ਹੋ ਕਿ ਜਦੋਂ ਰੱਬ ਦੀ ਰਹਿਮਤ ਹੁੰਦੀ ਹੈ, ਬੰਦਾ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ, ਤੇ ਜਦੋਂ ਬੰਦਾ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ, ਉਦੋਂ ਰੱਬ ਦੀ ਰਹਿਮਤ ਹੋ ਜਾਂਦੀ ਹੈ, ਯਾਨੀ ਇੰਟਰ ਰਿਲੇਟਡ ਨੇ। ਤਾਂ ਜਿਹੜਾ ਰੱਬ ਦਾ ਪਿਆਰਾ ਗੁਰੂ ਦੱਸੇ ਰਾਹਾਂ ਤੇ ਆਤਮਿਕ ਅਡੋਲਤਾ ਵਿੱਚ ਟਿਕਦਾ ਹੈ। ਆਤਮਿਕ ਅਡੋਲਤਾ, ਸਹਿਜ ਦਾ ਮਤਲਬ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ। ਜਿਹਦੀ ਸੋਚ ਦੇ ਅੰਦਰ ਵੀ ਰੱਬੀ ਗੁਣ ਹੋਣ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਸੋਚ ਵੀ ਸੱਚੀ ਹੋਵੇ, ਸੋਚ ਵਿੱਚ ਗੁਣ ਹੋਣ, ਬੋਲਾਂ ਵਿੱਚ ਗੁਣ ਹੋਣ, ਬਿਹੇਵੀਅਰ ਵਿੱਚ ਗੁਣ ਹੋਣ, ਉਹ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਪੌੜੀ। ਇੱਕ ਆਪਣੀ ਸਿਫਤੀ ਲਾਇਨ ਦੇ ਸਤਿਗੁਰ ਮੱਤੀ। ਇੱਕ ਦਾ ਮਤਲਬ ਕਈ ਜੀਵ, ਇੱਕ ਲਫ਼ਜ਼ ਦੇ ਕੱਕੇ ਨਾਲ ਸਿਹਾਰੀ ਹੈ, ਔਰ ਇਹ ਇੱਕ ਜਿਹੜਾ ਨਾ ਬਿਨਾਂ ਸਿਹਾਰੀ ਤੋਂ ਜਿਹੜਾ ਇੱਕ ਹੁੰਦਾ ਹੈ, ਉਹਦੇ ਤੋਂ ਇਹ ਬਹੁਵਚਨ ਬਣਿਆ ਹੈ। ਜਦੋਂ ਵੀ ਗੁਰਬਾਣੀ ਦੇ ਅੰਦਰ ਇੱਕ ਦੇ ਕੱਕੇ ਨਾਲ ਸਿਹਾਰੀ ਹੋਏ, ਹਮੇਸ਼ਾ ਇਹ ਸ਼ਬਦ ਬਹੁਵਚਨੀ ਹੋਏਗਾ। ਇਹਨੂੰ ਇੱਕ ਵਚਨ ਬਣਾਉਣ ਲਈ ਜਿਹੜੀ ਹੈ ਸਿਹਾਰੀ ਉਤਾਰਨੀ ਹੋਏਗੀ। ਇੱਕ ਦਾ ਮਤਲਬ ਕਈ, ਆਪਣੀ ਸਿਫਤੀ ਲਾਇਨ, ਆਪਣੀ ਸਿਫਤ ਦੇ ਵਿੱਚ ਲਾਏ ਹੋਏ ਨੇ। ਦੇ ਸਤਿਗੁਰ ਮੱਤੀ, ਦੇ ਸਤਿਗੁਰ ਮੱਤੀ ਦਾ ਮਤਲਬ ਗੁਰੂ ਦੀ ਮੱਤ ਦੇ ਕੇ। ਆਪਾਂ ਪਿਛਲੀ ਪੌੜੀ 'ਚ ਪੜਿਆ ਸੀ ਨਾ, ਵੇਕੀ ਸ੍ਰਿਸ਼ਟ ਉਪਾਇਨ। ਵੇਕੀ ਦਾ ਮਤਲਬ ਕਈ ਕਿਸਮ ਦੀ। ਇਹ ਕਈ ਕਿਸਮ ਦੀ ਸ੍ਰਿਸ਼ਟੀ ਹੈ, ਇੱਥੇ ਕਈ ਕਿਸਮ ਦੇ ਜੀਵ ਨੇ, ਹਰ ਇੱਕ ਦੀ ਸੋਚ ਵੱਖਰੀ ਹੈ, ਬੋਲ ਵੱਖਰਾ ਹੈ, ਬਿਹੇਵੀਅਰ ਵੱਖਰਾ ਹੈ, ਅਕਲ ਵੱਖਰੀ, ਸ਼ਕਲ ਵੱਖਰੀ, ਹਰ ਇਨਸਾਨ ਦੂਜੇ ਤੋਂ ਵੱਖਰਾ ਹੈ। ਕਿੰਨੇ ਕਿਸਮ ਦੀ ਸ੍ਰਿਸ਼ਟੀ ਹੈ, ਕਿੰਨੇ ਕਿਸਮ ਦੇ ਜੀਵ ਨੇ। ਤਾਂ ਇਹ ਬਹੁਰੰਗੀ ਜੋ ਸ੍ਰਿਸ਼ਟੀ ਹੈ, ਇਹਦੇ ਵਿੱਚ ਕਈ ਜੀਵਾਂ ਨੂੰ ਸਤਿਗੁਰ ਦੀ ਮੱਤ ਦੇ ਕੇ ਉਸਨੇ ਆਪਣੀ ਸਿਫਤ ਸਲਾਹ ਵਿੱਚ ਲਾਇਆ ਹੋਇਆ ਹੈ। ਯਾਨੀ ਜੋ ਸਤਿਗੁਰ ਦੀ ਮੱਤ ਦੇ ਧਾਰਨੀ ਬਣਦੇ ਨੇ, ਉਹ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੱਗਦੇ ਨੇ। ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਜ਼ਿੰਦਗੀ ਜੀਂਦੇ ਨੇ, ਉਹ ਰੱਬੀ ਗੁਣਾਂ ਦੇ ਨਾਲ ਜੁੜਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਔਗਣ ਕੋਈ ਨਹੀਂ ਹੁੰਦਾ। ਇਕਨਾ ਨੂੰ ਨਾਉ ਬਖਸ਼ਿਓਨ ਅਸਥਿਰ ਹਰ ਸੱਤੀ। ਬਖਸ਼ਿਓਨ ਦਾ ਮਤਲਬ ਬਖਸ਼ਿਆ ਹੈ, ਅਸਥਿਰ ਦਾ ਮਤਲਬ ਸਦਾ ਰਹਿਣ ਵਾਲਾ, ਤੇ ਸਤੀ ਦਾ ਮਤਲਬ ਸਤ, ਸਦਾ ਕਾਇਮ ਰਹਿਣ ਵਾਲਾ। ਨਾਉ ਦਾ ਮਤਲਬ ਨਾਮ, ਹੁਕਮ। ਕਈ ਜੀਵਾਂ ਨੂੰ ਸਦਾ ਕਾਇਮ ਰਹਿਣ ਵਾਲੇ ਹਰੀ ਨੇ ਆਪਣਾ ਸਦਾ ਥਿਰ ਰਹਿਣ ਵਾਲਾ ਹੁਕਮ ਬਖਸ਼ਿਸ਼ ਕੀਤਾ ਹੈ। ਅਸਥਿਰ ਹਰ ਸੱਤੀ, ਹਰ ਸੱਤੀ ਦਾ ਮਤਲਬ ਜੋ ਹਰੀ ਸਦਾ ਰਹਿਣ ਵਾਲਾ ਹੈ, ਤੇ ਅਸਥਿਰ ਨਾਉ ਦਾ ਮਤਲਬ ਜਿਹੜਾ ਨਾਮ ਸਦਾ ਰਹਿਣ ਵਾਲਾ ਹੈ। ਪ੍ਰਭੂ ਸਦਾ ਹੈ, ਪ੍ਰਭੂ ਦਾ ਹੁਕਮ ਸਦਾ ਹੈ, ਸਿਸਟਮ ਸਦਾ ਹੈ, ਕੁਦਰਤੀ ਨੇਮ ਜਿਹੜੇ ਨੇ ਉਹ ਸਦਾ ਨੇ। ਤਾਂ ਗੁਰੂ ਜੀ ਕਹਿੰਦੇ ਨੇ ਕਈ ਜੀਵਾਂ ਨੂੰ ਸਦਾ ਥਿਰ ਹਰੀ ਨੇ ਆਪਣੇ ਸਦਾ ਥਿਰ ਹੁਕਮ ਦੀ ਸੂਝ ਬਖਸ਼ੀ ਹੈ, ਗਿਆਨ ਬਖਸ਼ਿਆ ਹੈ, ਔਰ ਉਹ ਸਦਾ ਥਿਰ ਹੁਕਮ ਦੇ ਅੰਦਰ ਜ਼ਿੰਦਗੀ ਜੀ ਰਹੇ ਨੇ। ਉਹਨਾਂ ਨੂੰ ਇਸ ਚੀਜ਼ ਬਾਰੇ ਸਮਝ ਆ ਗਈ ਹੈ ਕਿ ਸਾਰੀ ਕਾਇਨਾਤ ਉਸ ਨੇਮ ਨਿਯਮਾਵਲੀ ਦੇ ਅੰਦਰ ਕੰਮ ਕਰ ਰਹੀ ਹੈ। ਉਸ ਨੇਮ ਨਿਯਮਾਵਲੀ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਨੇਮ ਨਿਯਮਾਵਲੀ ਦੇ ਅੰਦਰ ਚੱਲ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ, ਸੁਖ ਸ਼ਾਂਤੀ ਪਾਈ ਜਾ ਸਕਦੀ ਹੈ, ਮਹਾਨਤਾ ਹਾਸਲ ਕੀਤੀ ਜਾ ਸਕਦੀ ਹੈ। ਤਾਂ ਕਈਆਂ ਨੂੰ ਪ੍ਰਭੂ ਨੇ ਉਹ ਦਾਤ ਬਖਸ਼ਿਸ਼ ਕੀਤੀ ਹੈ, ਉਹ ਹੁਕਮ ਦੇ ਅੰਦਰ ਚੱਲ ਰਹੇ ਨੇ। ਪੌਣ ਪਾਣੀ ਬੈਸੰਤਰੋ ਹੁਕਮ ਕਰਹਿ ਭਗਤੀ। ਬੈਸੰਤਰੋ ਦਾ ਮਤਲਬ ਅੱਗ,
ਕਰਹਿ ਦਾ ਮਤਲਬ ਕਰਦੇ ਨੇ। ਇਹ ਕਰਹਿ ਸ਼ਬਦ ਨੂੰ ਨਾਸਕੀ ਬੋਲਾਂਗੇ, ਕਰਹਿ, ਕਿਉਂਕਿ ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਸਿਹਾਰੀ ਲੱਗੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ ਤੇ ਉਸ ਦਾ ਉਚਾਰਨ ਬਿੰਦੀ ਸਹਿਤ ਹੋਏਗਾ ਕਰਹਿ, ਕਿਉਂਕਿ ਇੱਥੇ ਪੌਣ, ਪਾਣੀ, ਬੈਸੰਤਰ ਇਹਨਾਂ ਦੀ ਗੱਲ ਹੋ ਰਹੀ ਹੈ ਨਾ, ਬਹੁਤ ਜ਼ਿਆਦੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ, ਇਸ ਕਰਕੇ ਕਰਹਿ। ਤਾਂ ਗੁਰੂ ਜੀ ਕਹਿੰਦੇ ਨੇ ਹਵਾ, ਪਾਣੀ, ਅੱਗ ਆਦਿਕ ਜੋ ਤੱਤ ਨੇ, ਪ੍ਰਭੂ ਦੇ ਹੁਕਮ ਵਿੱਚ ਤੁਰ ਕੇ ਪ੍ਰਭੂ ਦੀ ਭਗਤੀ ਕਰ ਰਹੇ ਨੇ। ਦੇਖੋ ਕਿੰਨੀ ਸਪਸ਼ਟ ਹੋ ਰਹੀ ਹੈ ਨਾ ਭਗਤੀ ਬਾਰੇ ਵਿਚਾਰ। ਭਗਤੀ ਕੀ ਹੈ? ਹੁਣ ਜੇ ਅਸੀਂ ਕਹੀਏ ਵੀ ਅੱਗ ਭਗਤੀ ਕਰ ਰਹੀ ਹੈ, ਤਾਂ ਅੱਗ ਜਿਹੜੀ ਮਾਲਾ ਤੇ ਫੇਰ ਨਹੀਂ ਰਹੀ, ਅੱਗ ਸਮਾਧੀ ਤੇ ਲਾ ਨਹੀਂ ਰਹੀ, ਪਾਣੀ ਮਾਲਾ ਤੇ ਨਹੀਂ ਫੇਰ ਰਿਹਾ, ਪਾਣੀ ਮਾਲਾ ਤੇ ਨਹੀਂ, ਨਾ ਕਿਸੇ ਸ਼ਬਦ ਵਗੈਰਾ ਦਾ ਉਚਾਰਨ ਕਰ ਰਿਹਾ ਹੈ। ਪਾਣੀ, ਅੱਗ, ਹਵਾ ਸਾਰੇ ਤੱਤ ਹੁਕਮ ਦੇ ਵਿੱਚ ਕੰਮ ਕਰ ਰਹੇ ਨੇ। ਹੁਕਮ ਦਾ ਮਤਲਬ ਸਿਸਟਮ, ਕੁਦਰਤ ਦੇ ਜੋ ਨਿਯਮ ਨੇ, ਬਜਵੇਂ ਨਿਯਮ, ਉਹਨਾਂ ਨਿਯਮਾਂ ਦੇ ਅੰਦਰ ਇਹ ਸਾਰੇ ਤੱਤ ਕੰਮ ਕਰ ਰਹੇ ਨੇ। ਤੇ ਗੁਰੂ ਜੀ ਕਹਿੰਦੇ ਨੇ ਇਹ ਭਗਤੀ ਹੀ ਕਰ ਰਹੇ ਨੇ, ਇਸੇ ਨੂੰ ਭਗਤੀ ਕਹਿੰਦੇ ਨੇ। ਪੌਣ, ਪਾਣੀ, ਬੈਸੰਤਰੋ ਹੁਕਮ ਕਰੇ ਭਗਤੀ, ਹਵਾ, ਪਾਣੀ, ਅੱਗ ਆਦਿਕ ਇਹ ਸਾਰੇ ਰੱਬੀ ਹੁਕਮ ਵਿੱਚ ਚੱਲ ਕੇ ਰੱਬ ਦੀ ਭਗਤੀ ਕਰ ਰਹੇ ਨੇ। ਤਾਂ ਇਹਦਾ ਮਤਲਬ ਇਹ ਹੋਇਆ, ਭਗਤੀ ਕੀ ਹੋਈ? ਰੱਬ ਦੇ ਹੁਕਮ ਵਿੱਚ ਤੁਰਨਾ, ਰੱਬੀ ਗੁਣਾਂ ਦੇ ਧਾਰਨੀ ਹੋਣਾ। ਭਗਤੀ ਦਾ ਮਤਲਬ ਹੀ ਇਹ ਹੈ ਕਿ ਰੱਬੀ ਰਜ਼ਾ ਵਿੱਚ ਤੁਰਨਾ। ਭਗਤੀ ਦਾ ਮਤਲਬ ਹੀ ਇਹ ਹੈ ਗੁਣਾਂ ਦੇ ਧਾਰਨੀ ਹੋਣਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰਜ਼ਾ ਵਿੱਚ ਤੁਰਨਾ ਹੀ ਭਗਤੀ ਹੈ। ਹੁਣ ਇਸ ਭਗਤੀ ਨੂੰ ਕਿਤਨੇ ਹੋਰ ਢੰਗਾਂ ਦੇ ਨਾਲ ਐਕਸਪਲੇਨ ਕੀਤਾ ਹੈ ਔਰ ਲੋਕਾਂ ਨੂੰ ਕਿੰਨੇ ਲੰਬੇ ਚੌੜੇ ਚੱਕਰ ਦੇ ਵਿੱਚ ਪਾਇਆ ਹੈ ਭਰਮ ਭੁਲੇਖਿਆਂ ਦੇ ਅੰਦਰ। ਗੁਰੂ ਪਾਤਸ਼ਾਹ ਜੀ ਨੇ ਸਾਰੇ ਭਰਮ ਭੁਲੇਖੇ ਕੱਢ ਕੇ ਜ਼ਿੰਦਗੀ ਨੂੰ ਬਹੁਤ ਆਸਾਨ ਕੀਤਾ ਹੈ। ਲੇਕਿਨ ਬਦਕਿਸਮਤੀ ਹੈ ਕਿ ਬਹੁ ਗਿਣਤੀ ਲੋਕ ਗੁਰਬਾਣੀ ਨੂੰ ਨਾ ਪੜਨ ਕਰਕੇ, ਨਾ ਸਮਝਣ ਕਰਕੇ ਉਹਨਾਂ ਹੋਰ ਪੁੱਠੇ ਕੰਮਾਂ ਦੇ ਵਿੱਚ ਉਲਝੇ ਰਹਿੰਦੇ ਨੇ। ਅਗਲਾ ਬਚਨ ਗੁਰੂ ਜੀ ਕਰ ਰਹੇ ਨੇ, ਇਹਨਾਂ ਨੂੰ ਭਉ ਅਗਲਾ ਪੂਰੀ ਬਣਤ ਬਣਤੀ। ਅਗਲਾ ਦਾ ਮਤਲਬ ਬਹੁਤ। ਇਹਨਾਂ ਤੱਤਾਂ ਨੂੰ ਉਸ ਪ੍ਰਭੂ ਦਾ ਬਹੁਤ ਭੈ ਹੈ। ਪੂਰੀ ਬਣਤ ਬਣਤੀ ਦਾ ਮਤਲਬ ਹੈ ਜਗਤ ਦੀ ਸਾਰੀ ਅਸ਼ਚਰਜ ਮੁਕੰਮਲ ਬਣਤਰ ਬਣੀ ਹੋਈ ਹੈ। ਭੈ ਦਾ ਮਤਲਬ ਹੁਕਮ, ਭੈ ਦਾ ਮਤਲਬ ਅਦਬ, ਕਿ ਇਹ ਸਾਰੇ ਅਦਬ ਦੇ ਅੰਦਰ ਚੱਲ ਰਹੇ ਨੇ, ਹੁਕਮ ਦੇ ਅੰਦਰ ਚੱਲ ਰਹੇ ਨੇ, ਸਿਸਟਮ ਦੇ ਅੰਦਰ ਚੱਲ ਰਹੇ ਨੇ। ਤਾਂ ਇਹਨਾਂ ਦੇ ਅੰਦਰ ਪ੍ਰਭੂ ਦਾ ਹੁਕਮ ਬਹੁਤ ਹੈ, ਭਾਵ ਕਿ ਸਾਰੇ ਹੀ ਬਹੁਤੇ ਪ੍ਰਭੂ ਦੇ ਹੁਕਮ ਵਿੱਚ ਤੁਰ ਰਹੇ ਨੇ। ਇਹਨਾਂ ਤੱਤਾਂ ਨੂੰ ਮਾਲਕ ਦਾ ਡਰ ਹੈ, ਯਾਨੀ ਹੁਕਮ ਹੈ ਔਰ ਹੁਕਮ ਦੇ ਅੰਦਰ ਚੱਲ ਰਿਹਾ। ਹੁਕਮ ਵਿੱਚ ਤੁਰਨਾ ਹੀ ਭਗਤੀ ਹੈ। ਚਾਹੇ ਸੂਰਜ ਹੈ, ਚੰਦਰਮਾ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਇੱਥੇ ਇੱਕ ਧੂੜ ਦਾ ਨਿੱਕੇ ਜਿਹੇ ਕਣਕੇ ਤੋਂ ਲੈ ਕੇ ਪੂਰੇ ਵੱਡੇ ਵਿਸ਼ਾਲ ਬ੍ਰਹਿਮੰਡ ਤੱਕ ਹਰ ਚੀਜ਼ ਕਿਸੇ ਸਿਸਟਮ ਵਿੱਚ ਹੈ, ਨਿਯਮਾਵਲੀ ਵਿੱਚ ਹੈ। ਔਰ ਇਹ ਪੂਰੀ ਬਣਤ ਬਣਤੀ ਦਾ ਮਤਲਬ ਇਹ ਪੂਰੀ ਮੁਕੰਮਲ ਬਣਤਰ ਹੈ, ਅਸ਼ਚਰਜ। ਇਹਦੇ ਵਿੱਚ ਕੁਝ ਉਕਾਈ ਨਹੀਂ ਹੈ। ਸਭ ਇੱਕੋ ਹੁਕਮ ਵਰਤਦਾ, ਮੰਨੈ ਸੁਖ ਪਾਈ। ਸਭ ਦਾ ਮਤਲਬ ਹਰ ਥਾਂ ਤੇ। ਇੱਕੋ ਹੁਕਮ ਵਰਤਦਾ ਦਾ ਮਤਲਬ ਇੱਕੋ ਹੁਕਮ ਚੱਲ ਰਿਹਾ ਹੈ, ਇੱਕ ਹੀ ਹੁਕਮ ਚੱਲ ਰਿਹਾ ਹੈ। ਮੰਨੈ ਦਾ ਮਤਲਬ ਮੰਨਣ ਕਰਕੇ, ਮੰਨਣ ਦੇ ਨਾਲ। ਸੁਖ ਪਾਈ ਦਾ ਮਤਲਬ ਸੁਖ ਪਾ ਲਈਦਾ। ਹਰ ਥਾਂ ਪ੍ਰਭੂ ਦਾ ਹੁਕਮ ਚੱਲ ਰਿਹਾ ਹੈ ਤੇ ਇਸ ਹੁਕਮ ਨੂੰ ਮੰਨਿਆ, ਭਾਵ ਹੁਕਮ ਵਿੱਚ ਤੁਰਿਆ, ਹੁਕਮ ਨੂੰ ਇੰਪਲੀਮੈਂਟ ਕੀਤਿਆਂ ਸੁਖ ਪਾ ਲਈਦਾ। ਹੁਣ ਸੁਖ ਦਾ ਸਾਧਨ ਕੀ ਹੋਇਆ? ਹੁਕਮ। ਹੁਕਮ ਵਿੱਚ ਤੁਰਨਾ, ਨਿਯਮਾਵਲੀ ਦੇ ਵਿੱਚ ਰਹਿਣਾ। ਇਹ ਚੀਜ਼ਾਂ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਖੁੱਲ੍ਹ ਕੇ ਵਿਚਾਰੀਆਂ ਸੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਕਿ ਆਤਮਿਕ ਜੀਵਨ ਦੇਣ ਵਾਲੇ ਪ੍ਰਭੂ ਦਾ ਜੋ ਹੁਕਮ ਹੈ ਉਹ ਹੀ ਸੁੱਖਾਂ ਦੀ ਮਣੀ, ਉਹੀ ਸੁੱਖਾਂ ਦਾ ਸਾਰ ਤੱਤ ਹੈ। ਸਭ ਥਾਵਾਂ ਤੇ ਹੁਕਮ ਵਰਤ ਰਿਹਾ ਹੈ, ਸਿਸਟਮ ਦੇ ਅੰਦਰ ਹਰ ਚੀਜ਼ ਹੈ ਤੇ ਸਿਸਟਮ ਦੇ ਅੰਦਰ ਰਹਿ ਕੇ ਹੀ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਇਹ ਗੱਲਾਂ ਅਸੀਂ ਬਹੁਤ ਵਾਰ ਵਿਚਾਰ ਚੁੱਕੇ ਹਾਂ। ਜਦੋਂ ਅਸੀਂ ਆਪਣੀ ਲਾਈਫ ਦੇ ਨਾਲ ਇਹਨਾਂ ਨੂੰ ਰਿਲੇਟ ਕਰਦੇ ਹਾਂ, ਆਪਣੇ ਪਰਿਵਾਰਾਂ ਵਿੱਚ ਰਿਲੇਟ ਕਰਦੇ ਹਾਂ, ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਹੀ ਸੁੱਖ ਹੈ ਜਿੱਥੇ ਨੇਮਾਂ ਦੀ ਪਾਲਣਾ ਹੁੰਦੀ ਹੈ। ਧੀ ਹੈ, ਭੈਣ ਹੈ, ਮਾਂ ਹੈ, ਪਿਤਾ ਹੈ, ਪੁੱਤਰ ਹੈ, ਜਿੱਥੇ ਪਰਿਵਾਰ ਦੇ ਹਰ ਜੀ ਸਾਰੇ ਕਿਸੇ ਸੱਚ ਨੂੰ ਆਧਾਰ ਬਣਾ ਕੇ
ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਦੇ ਨੇ, ਕਿਸੇ ਨਿਯਮ ਵਿੱਚ ਰਹਿੰਦੇ ਨੇ, ਉਹ ਪਰਿਵਾਰ ਸੁਖੀ ਔਰ ਸ਼ਾਂਤ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਹੈ। ਤੇ ਜਿੱਥੇ ਭਾਈ ਕੋਈ ਨੇਮ ਨਿਯਮਾਵਲੀ ਨਹੀਂ, ਉਹ ਦੁਖੀ ਨੇ। ਤਾਂ ਗੁਰੂ ਜੀ ਕਹਿੰਦੇ ਨੇ ਸਭ ਥਾਵਾਂ ਤੇ ਇੱਕੋ ਹੁਕਮ ਵਰਤ ਰਿਹਾ ਹੈ, ਇੱਕੋ ਕੁਦਰਤ ਦੇ ਨਿਯਮ ਨਿਯਮਾਵਲੀ ਨੇ, ਇਹਨਾਂ ਨੂੰ ਮੰਨਣ ਦੇ ਨਾਲ ਸੁਖ ਮਿਲਦਾ ਹੈ। ਮੰਨੈ ਸੁਖ ਪਾਈ। ਤਾਂ ਕਈ ਵੀਰ ਨਾ ਇੱਥੇ ਪਾਠ ਕਰਨ ਲੱਗਿਆ ਇੱਥੇ ਕਹਿੰਦੇ ਨੇ ਕਿ ਨਾਲ ਸਾਨੂੰ ਪੜ੍ਹਨਾ ਚਾਹੀਦਾ ਹੈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਵਿਚਾਰ ਕੱਲ ਕਰਨੀ ਸੀ, ਪਰ ਕੱਲ ਸਮਾਂ ਨਾ ਰਹਿਣ ਕਰਕੇ ਨਹੀਂ ਕਰ ਪਾਏ। ਤਾਂ ਪਾਠ ਕਰਦੇ ਆ ਉਹ ਪੌੜੀ ਨਾਲ ਜਿਹੜੀ ਹੈ ਨਾ ਪੰਕਤੀ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਹਰ ਪੌੜੀ ਦੇ ਨਾਲ ਪੜ੍ਹਨ ਦੀ ਲੋੜ ਨਹੀਂ ਹੈ, ਕਿਉਂਕਿ ਜੇ ਪੜ੍ਹਨ ਦੀ ਲੋੜ ਹੁੰਦੀ ਤਾਂ ਗੁਰੂ ਜੀ ਨੇ ਆਪ ਇਸ਼ਾਰਾ ਦੇ ਦੇਣਾ ਸੀ। ਜਿਵੇਂ 52 ਅੱਖਰੀ ਦੇ ਅੰਦਰ ਸ਼ਲੋਕ ਹੈ ਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, 52 ਅੱਖਰੀ ਦੇ ਸ਼ੁਰੂ ਵਿੱਚ, ਤੇ ਉਸ ਤੋਂ ਬਾਅਦ 52 ਅੱਖਰੀ ਦੇ ਐਂਡ ਵਿੱਚ, ਅਖੀਰ ਵਿੱਚ ਫਿਰ ਉਹ ਸ਼ਲੋਕ ਹੈ, ਸੇਮ ਲਗ ਮਾਤਰਾ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ। ਤੇ ਉਸ ਸ਼ਲੋਕ ਦੇ ਥੱਲੇ ਇਸ਼ਾਰਾ ਦਿੱਤਾ ਹੋਇਆ ਹੈ, ਇਹ ਸ਼ਲੋਕ ਆਦ ਅੰਤ ਪੜ੍ਹਨਾ। ਆਦ ਦਾ ਮਤਲਬ ਜਦੋਂ 52 ਅੱਖਰੀ ਸ਼ੁਰੂ ਹੁੰਦੀ ਹੈ ਉਦੋਂ ਵੀ, ਔਰ ਜਦੋਂ 52 ਅੱਖਰੀ ਸਮਾਪਤ ਹੁੰਦੀ ਹੈ ਉਦੋਂ ਵੀ ਪੜ੍ਹਨਾ ਹੈ। ਤਾਂ ਜੇ ਇੱਥੇ ਵੀ ਇਹ ਪੰਕਤੀ ਪੜ੍ਹਨੀ ਹੁੰਦੀ ਤਾਂ ਗੁਰੂ ਜੀ ਨੇ ਇਸ਼ਾਰਾ ਦੇ ਦੇਣਾ ਸੀ। ਇਸ ਕਰਕੇ ਪਾਠ ਕਰਦਿਆਂ ਉਹ ਪੰਕਤੀ ਜਿਹੜੀ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਵਾਲੀ ਪੰਕਤੀ ਵਾਰ ਦੇ ਅੰਦਰ ਹੈ, ਉਸ ਪੰਕਤੀ ਨੂੰ ਨਾਲ ਪੜ੍ਹਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਗੁਰੂ ਜੀ ਨੇ ਜੋ ਬਾਣੀ ਜਿਸ ਤਰ੍ਹਾਂ ਲਿਖੀ ਹੈ ਉਵੇਂ, ਤੇ ਜੇ ਪੜ੍ਹਨ ਦੀ ਲੋੜ ਹੁੰਦੀ ਤਾਂ ਗੁਰੂ ਜੀ ਆਪ ਲਿਖ ਦਿੰਦੇ, ਇਸ ਕਰਕੇ ਪੜ੍ਹਨ ਦੀ ਲੋੜ ਨਹੀਂ ਹੈ। ਸ਼ਲੋਕ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਕਸੌਟੀ ਦਾ ਮਤਲਬ ਕਸਵੱਟੀ, ਇੱਕ ਨਿੱਕਾ ਜਿਹਾ ਵੱਟਾ ਜਿਹਦੇ ਉੱਤੇ ਸੁਨਿਆਰਾ ਵੀਰ ਸੋਨਾ ਪਰਖਦਾ ਹੈ, ਉਹਨੂੰ ਕਹਿੰਦੇ ਨੇ ਕਸੌਟੀ, ਕਸਵੱਟੀ ਜਾਂ ਕਸੌਟੀ। ਹੁਣ ਜਿਵੇਂ ਸੁਨਿਆਰੇ ਦੇ ਕੋਲ ਅਸੀਂ ਜਾਈਏ ਤਾਂ ਅਸੀਂ ਤਾਂ ਡੁਪਲੀਕੇਟ ਸੋਨਾ ਖਰੀਦ ਸਕਦੇ ਹਾਂ ਕਿਉਂਕਿ ਸਾਨੂੰ ਪਹਿਚਾਨ ਨਹੀਂ ਹੈ, ਪਰ ਸੁਨਿਆਰਾ ਵੀਰ ਜਿਹੜਾ ਹੈ ਉਹ ਸੋਨਾ ਖਰੀਦਣ ਤੋਂ ਪਹਿਲਾਂ ਉਹਨੂੰ ਕਸਵੱਟੀ ਤੇ ਲਾ ਕੇ ਪਰਖਦਾ ਹੈ। ਕਸਵੱਟੀ ਦੱਸਦੀ ਹੈ ਕਿ ਇਹ ਸੋਨਾ ਨਕਲੀ ਹੈ ਜਾਂ ਅਸਲੀ ਹੈ। ਸੁਨਿਆਰਾ ਜਿਹੜੀ ਮਰਜ਼ੀ ਪੀਲੀ ਚੀਜ਼ ਨੂੰ ਨਹੀਂ ਖਰੀਦ ਲੈਂਦਾ ਸੋਨੇ ਦੇ ਭਾਅ, ਉਹ ਪਰਖਦਾ ਹੈ, ਉਹ ਦੱਸਦਾ ਹੈ ਇਹਦੇ ਵਿੱਚ ਇੰਨਾ ਖੋਟ ਹੈ, ਇੰਨਾ ਸੋਨਾ ਹੈ, ਇੰਨਾ ਸਾਰਾ ਤਾਂਬਾ ਹੈ। ਤੇ ਜੇ ਬਿਲਕੁਲ ਪਿਓਰ ਸੋਨਾ ਹੈ ਤਾਂ ਉਹ ਕਹਿ ਦਿੰਦਾ ਪਿਓਰ, ਇਹਦੇ ਵਿੱਚ ਕੋਈ ਮਿਲਾਵਟ ਨਹੀਂ। ਪਰ ਸੁਨਿਆਰੇ ਨੂੰ ਦੱਸ ਕੌਣ ਰਿਹਾ ਹੈ? ਕਸਵੱਟੀ। ਉਹਦੇ ਕੋਲ ਪਰਖਣ ਲਈ ਕੀ ਹੈ? ਕਸਵੱਟੀ। ਤਾਂ ਇਸੇ ਤਰ੍ਹਾਂ ਇਨਸਾਨ ਕਿਹੜਾ ਚੰਗਾ ਹੈ ਔਰ ਕਿਹੜਾ ਮਾੜਾ ਹੈ, ਇਹਦੇ ਵਾਸਤੇ ਵੀ ਇੱਕ ਕਸੌਟੀ ਹੈ, ਤੇ ਉਹ ਕਸੌਟੀ ਕਿਹੜੀ ਹੈ? ਰੱਬ ਦੀ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਕਿ हे ਕਬੀਰ, ਜੋ ਪ੍ਰਭੂ ਦੀ ਕਸਵੱਟੀ ਹੈ ਐਸਾ ਨਖੇੜਾ ਕਰਨ ਵਾਲੀ ਹੈ ਕਿ ਉਹਦੇ ਤੇ ਝੂਠਾ ਮਨੁੱਖ ਕੋਈ ਪੂਰਾ ਨਹੀਂ ਉਤਰਦਾ, ਝੂਠਾ ਮਨੁੱਖ ਪੂਰਾ ਨਹੀਂ ਉਤਰਦਾ ਰੱਬ ਦੀ ਕਸਵੱਟੀ ਤੇ ਰੱਬ ਦੀ ਪਰਖ ਤੇ। ਹੁਣ ਦੇਖੋ, ਇਹ ਅਰਥ ਕਰਨ ਤੋਂ ਬਾਅਦ ਵੀ ਹੋ ਸਕਦਾ ਹੈ ਚੀਜ਼ ਸਾਨੂੰ ਸਮਝ ਨਾ ਆਈ ਹੋਵੇ ਕਿ ਰੱਬ ਦੀ ਪਰਖ ਕਿਹੜੀ ਹੈ, ਇਹਨੂੰ ਹੁਣ ਸੌਖੇ ਸ਼ਬਦਾਂ ਵਿੱਚ ਕਿਵੇਂ ਸਮਝੀਏ। ਤਾਂ ਸੌਖੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਯੂਨੀਵਰਸਲ ਟਰੂਥ, ਜੋ ਬ੍ਰਹਿਮੰਡੀ ਸੱਚ ਹੈ, ਜੋ ਉਸ ਸੱਚ ਦੇ ਉੱਤੇ ਚੀਜ਼ ਪੂਰੀ ਉਤਰਦੀ ਹੈ ਉਹ ਚੀਜ਼ ਪੂਰੀ ਹੈ, ਤੇ ਉਹਦੇ ਤੇ ਝੂਠਾ ਨਹੀਂ ਪੂਰਾ ਉਤਰ ਸਕਦਾ, ਉਹਦੇ ਤੇ ਝੂਠਾ ਪੂਰਾ ਨਹੀਂ ਉਤਰ ਸਕਦਾ, ਕਿਉਂਕਿ ਜਦੋਂ ਪਰਖ ਹੋਵੇ ਪੂਰਾ ਨਹੀਂ ਉਤਰਨਾ। ਹੁਣ ਕਿੰਨੀਆਂ ਸਾਰੀਆਂ ਕਰਾਮਾਤਾਂ ਲੋਕ ਸੁਣਾਉਂਦੇ ਨੇ ਨਾ, ਆਪੋ ਆਪਣੇ ਬਾਬਿਆਂ ਦੇ ਨਾਲ ਜੋੜੀਆਂ ਨੇ, ਤੇ ਉਹਨਾਂ ਨੂੰ ਕਹੋ ਵੀ ਹੁਣ ਉਹ ਕਰਕੇ ਵਿਖਾਓ, ਤਾਂ ਉਹ ਕਹਿੰਦੇ ਨੇ ਨਹੀਂ, ਉਹ ਤੇ ਮਹਾਂਪੁਰਸ਼ਾਂ ਦੀ ਮੌਜ ਹੁੰਦੀ ਹੈ, ਕਿਉਂਕਿ ਉਹ ਨਹੀਂ ਨਾ ਪੂਰਾ ਉਤਰ ਸਕਦਾ। ਹੁਣ ਕਈ ਲੋਕ ਕਹਿੰਦੇ ਨੇ ਕਿ ਫਲਾਂ ਜੀ ਬਾਬਾ ਜੀ ਨੇ ਉਹ ਤੇ ਦਿਲ ਦੀ ਗੱਲ ਦੱਸ ਦਿੰਦੇ ਨੇ, ਤੁਸੀਂ ਇੰਗਲੈਂਡ ਬੈਠੇ ਹੋ ਤੇ ਇੰਡੀਆ ਬੈਠੇ ਬੈਠੀ ਉਹ ਦੱਸ ਦਿੰਦੇ ਨੇ, ਤੇ ਉਹਨਾਂ ਨੂੰ ਕਹੋ ਵੀ ਆ ਤੂੰ ਇੰਗਲੈਂਡ ਵਾਲਿਆਂ ਦੀ ਗੱਲ ਨਾ ਦੱਸ ਬਾਬਾ ਜੀ, ਮੇਰੇ 10 ਦੇ 2 ਨੋਟ ਨੇ 10 ਤੇ ਮੇਰੇ ਜੇਬ ਵਿੱਚ, ਇਹਦੇ ਸੀਰੀਅਲ ਨੰਬਰ ਦੱਸ ਦਿਓ। ਉਹ ਫਿਰ ਕਹਿੰਦੇ ਤੂੰ ਬਾਬਿਆਂ ਦੀ ਪਰਖ ਲੈਣਾ। ਫਿਰ ਦੂਜੇ ਪਾਸੇ ਤਾਂ ਜੇ ਹੈ ਮਤਲਬ ਕਰਾਮਾਤ, ਤਾਂ ਇੰਗਲੈਂਡ ਵਿੱਚ ਜੇਕਰ ਇੰਡੀਆ ਬੈਠੇ ਬਾਬੇ ਨੂੰ ਇੰਗਲੈਂਡ ਦੇ ਬੈਠੇ ਬੰਦੇ ਦਾ ਭਵਿੱਖ ਦਿਸ ਰਿਹਾ ਹੈ ਤੇ ਕੋਲ ਬੈਠੇ ਹੋਏ ਬੰਦੇ ਦੇ ਜੇਬ ਦੇ ਅੰਦਰ 10 ਦੇ ਨੋਟ ਤੇ ਸੀਰੀਅਲ ਨੰਬਰ ਨਹੀਂ ਦਿਸ ਰਿਹਾ, ਉਹ ਦੱਸ ਦਵੇ, ਤਾਂ ਝੂਠਾ ਬੰਦਾ ਟਿਕ ਨਹੀਂ ਸਕਦਾ।
ਤਾਂ ਸੱਚ ਦੀ ਜੋ ਕਸਵੱਟੀ ਹੈ, ਰੱਬ ਦੀ ਜੋ ਕਸਵੱਟੀ ਹੈ, ਉਹਦੇ ਤੇ ਜਿਹੜਾ ਪੂਰਾ ਉਤਰੇਗਾ ਉਹ ਰੱਬ ਦਾ ਪਿਆਰਾ ਹੈ, ਉਹ ਇਨਸਾਨ ਹੈ, ਉਹਨੂੰ ਸੁੱਖ ਮਿਲੇਗਾ, ਉਹਨੂੰ ਸ਼ਾਂਤੀ ਮਿਲੇਗੀ। ਤਾਂ ਇਹ ਕਸਵੱਟੀ ਜਿਹੜੀ ਹੈ, ਇਹ ਬ੍ਰਹਿਮੰਡੀ ਸੱਚ ਜਿਹੜਾ ਯੂਨੀਵਰਸਲ ਟਰੁੱਥ ਹੈ, ਉਹ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਝੂਠਾ ਬੰਦਾ ਨਹੀਂ ਟਿਕਦਾ, ਪਰਖ ਤੇ ਪੂਰਾ ਨਹੀਂ ਉਤਰਦਾ। ਹੁਣ ਰਾਮ ਦੀ ਕਸੌਟੀ, ਰਾਮ ਦੀ ਕਸਵੱਟੀ ਤੇ ਪੂਰਾ ਕੌਣ ਉਤਰਦਾ ਹੈ? ਉਹ ਅਗਲੀ ਪੰਕਤੀ ਵਿੱਚ ਹੁਣ ਪਰਖ ਦੱਸ ਰਹੇ ਨੇ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਮਰ ਜੀਵਾ ਦਾ ਮਤਲਬ ਜੋ ਮਨੁੱਖ ਦੁਨੀਆ ਦੇ ਚਸਕਿਆਂ ਵੱਲੋਂ ਮਰ ਕੇ ਜੀ ਰਿਹਾ ਹੈ, ਯਾਨੀ ਜਿਹੜਾ ਨਿਰਲੇਪ ਹੈ, ਜਿਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਵਿਕਾਰ ਨਹੀਂ ਹਨ, ਪਾਪ ਨਹੀਂ ਹਨ, ਮੋਹ ਨਹੀਂ ਹੈ, ਝੂਠ ਨਹੀਂ, ਫਰੇਬ ਨਹੀਂ, ਉਹ ਰੱਬ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ। ਹੁਣ ਦੇਖੋ, ਰੱਬ ਦੀ ਕਸਵੱਟੀ ਤੇ ਪੂਰਾ ਉਤਰਨ ਲਈ ਸਾਨੂੰ ਕੀ ਚਾਹੀਦਾ ਹੈ? ਰੱਬ ਦੇ ਦਰ ਤੇ ਪ੍ਰਵਾਨ ਕੌਣ ਹੋਏਗਾ? ਜਿਹੜਾ ਮਰ ਜੀਵਾ ਹੈ। ਮਰ ਜੀਵਾ ਦਾ ਮਤਲਬ ਜਿਹੜਾ ਸੰਸਾਰ ਵਿੱਚ ਰਹਿੰਦਾ ਹੋਇਆ ਵਿਕਾਰਾਂ ਨੂੰ ਛੱਡ ਕੇ ਗੁਣਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹ ਰੱਬ ਦੇ ਦਰ ਤੇ ਪ੍ਰਵਾਨ ਹੋਏਗਾ, ਜੋ ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ। ਤਾਂ ਹੁਣ ਰੱਬ ਦੇ ਦਰ ਤੇ ਪ੍ਰਵਾਨ ਕਰਨ ਲਈ, ਚੜ੍ਹਨ ਲਈ ਸਾਨੂੰ ਕੀ ਕਰਨਾ ਪਵੇਗਾ? ਗੁਣਾਂ ਵਾਲੀ ਜ਼ਿੰਦਗੀ ਜੀਣੀ ਹੋਵੇਗੀ ਨਾ, ਮਨ ਬਚਨ ਕਰਮ ਕਰਕੇ। ਤੇ ਜੇ ਕੋਈ ਝੂਠਾ ਬੰਦਾ ਇਹ ਕਹੇ ਕਿ ਮੈਂ ਪਾਪ ਕਰਮ ਕਮਾਵਾਂ ਤੇ ਰਾਤ ਨੂੰ ਮੈਂ ਜੋਤ ਲਗਾ ਦਿਆਂ, ਦਿਨੇ ਮੈਂ ਕਿਸੇ ਪੁਜਾਰੀ ਨੂੰ 11 ਰੁਪਏ ਦੇ ਕੇ ਅਰਦਾਸ ਕਰਾ ਲਵਾਂ, ਅਗਲੇ ਦਿਨ ਮੈਂ ਤੀਰਥਾਂ ਤੇ ਨਹਾ ਆਵਾਂ, ਠੱਗੀਆਂ ਮੈਂ ਮਾਰਦਾ ਰਾਂ ਤੇ ਮੈਂ ਵਰਤ ਰੱਖ ਲਵਾਂ, ਬੇਗਾਨੀਆਂ ਔਰਤਾਂ ਵੱਲ ਤੱਕਦਾ ਰਾਂ ਤੇ ਲੇਕਿਨ ਮੈਂ ਸੰਨਿਆਸੀ ਹੋ ਜਾਵਾਂ, ਕੀ ਐਸਾ ਬੰਦਾ ਰੱਬ ਦੀ ਕਸਵੱਟੀ ਤੇ ਪੂਰਾ ਉਤਰੇਗਾ? ਤਾਂ ਰੱਬ ਦੀ ਕਸਵੱਟੀ ਤੇ ਪੂਰਾ ਉਤਰਨ ਲਈ ਮਾਲਾ ਫੇਰਨ ਦੀ ਲੋੜ ਹੈ ਕਿ ਸਮਾਧੀਆਂ ਲਾਉਣ ਦੀ ਲੋੜ ਹੈ ਕਿ ਦਸਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਲੋੜ ਹੈ? ਨਾ, ਰੱਬ ਦੀ ਪਰਖ ਵਿੱਚ ਉਹ ਪੂਰਾ ਉਤਰੇਗਾ ਜੋ ਮਰ ਜੀਵਾ ਹੋਏਗਾ। ਮਰ ਜੀਵਾ ਦਾ ਮਤਲਬ ਜੋ ਵਿਕਾਰਾਂ ਵੱਲੋਂ ਮਰ ਕੇ ਜੀ ਰਿਹਾ ਹੈ, ਜਿਨੇ ਆਪਣੇ ਮਨ ਨੂੰ ਕੰਟਰੋਲ ਕਰ ਲਿਆ ਹੈ, ਜਿਸ ਤੇ ਮਨ ਬਚਨ ਔਰ ਕਰਮ ਦੇ ਅੰਦਰ ਸਿਰਫ ਰੱਬੀ ਗੁਣ ਨੇ, ਉਹ ਬੰਦਾ ਪੂਰਾ ਉਤਰਦਾ ਹੈ। ਰੱਬ ਦੀ ਪਰਖ ਇਹ ਹੈ। ਇਸੇ ਨੂੰ ਕਹਿੰਦੇ ਨੇ ਦਰਗਾਹ ਦੇ ਵਿੱਚ ਪ੍ਰਵਾਨ ਹੋਣਾ, ਇਸੇ ਨੂੰ ਕਹਿੰਦੇ ਨੇ ਪਰਖ। ਜਿੱਥੇ ਵੀ ਇਹ ਪਰਖ ਲਾਓਗੇ ਰੱਬ ਦੀ ਦਰਗਾਹ, ਉੱਥੇ ਹੀ ਹੁਣ ਇੱਥੇ ਬੈਠੇ ਬੈਠੇ ਆਪਣੇ ਆਪ ਨੂੰ ਪਰਖੋ, ਤਾਂ ਇਹ ਰੱਬ ਦੀ ਦਰਗਾਹ ਹੈ। ਜੇ ਇਸ ਕਸਵੱਟੀ ਤੇ ਕੋਈ ਪੂਰਾ ਉਤਰ ਰਿਹਾ ਹੈ, ਉਹ ਰੱਬ ਦੇ ਦਰ ਤੇ ਪ੍ਰਵਾਨ ਹੈ। ਤੇ ਜੇ ਅੰਦਰੋਂ ਆਵਾਜ਼ ਆ ਰਹੀ ਹੈ ਵੀ ਯਾਰ ਮੈਂ ਐਵੇਂ ਦਾ ਹੈ ਤੇ ਨਹੀਂ, ਤਾਂ ਰੱਬ ਦੀ ਦਰ ਤੇ ਪ੍ਰਵਾਨ ਨਹੀਂ। ਇਹ ਹੈ ਰੱਬ ਦੀ ਕਸਵੱਟੀ। ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਝੂਠਾ ਬੰਦਾ ਰੱਬ ਦੀ ਕਸੌਟੀ ਤੇ ਨਹੀਂ ਪਰਖ ਤੇ ਪੂਰਾ ਉਤਰਦਾ। ਖਰੇ ਖਜ਼ਾਨੇ ਪਾਈਏ ਖੋਟੇ ਸੱਟੀਏ ਬਾਹਰ, ਉਹ ਬਾਹਰ ਵਾਰ। ਖਰੇ ਹੀ ਖਜ਼ਾਨੇ ਵਿੱਚ ਪੈਂਦੇ ਨੇ, ਸੱਚੇ ਖਜ਼ਾਨੇ ਵਿੱਚ ਪੈਂਦੇ ਨੇ। ਇਟ ਮੀਨਸ ਕਿ ਰੱਬ ਦੀ ਕਸਵੱਟੀ ਸੱਚ ਹੈ। ਜੋ ਮਨ ਬਚਨ ਕਰਮ ਕਰਕੇ ਸੱਚਾ ਜੀਵਨ ਜੀਂਦਾ ਹੈ, ਸਚਿਆਰਤਾ ਵਾਲਾ ਜੀਵਨ ਜੀਂਦਾ ਹੈ, ਉਹ ਸਚਿਆਰ ਹੀ ਰੱਬ ਦੇ ਦਰ ਤੇ ਪ੍ਰਵਾਨ ਨੇ। ਝੂਠਾ ਬੰਦਾ ਕੋਈ ਪ੍ਰਵਾਨ ਨਹੀਂ ਹੁੰਦਾ। ਵਿਖਾਵੇ ਦੇ ਜੀਵਨ ਨਾਲ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਮਹਿਲਾ ਤੀਜਾ ਹੁਣ ਅੱਗੇ ਦੱਸ ਰਹੇ ਨੇ ਵੀ ਰਾਮ ਕਸੌਟੀ ਮਰ ਜੀਵਾ ਕਿਵੇਂ ਹੋਵੀਏ। ਪਹਿਲੇ ਸ਼ਲੋਕ ਵਿੱਚ ਦੱਸ ਦਿੱਤਾ ਹੈ ਕਿ ਜੋ ਮਰ ਜੀਵਾ ਹੋਏ, ਤੇ ਹੁਣ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਮਰ ਜੀਵਾ ਹੋਣ ਦਾ ਢੰਗ ਦੱਸ ਰਹੇ ਨੇ ਕਿ ਮਨ ਨੂੰ ਮਾਰੀਏ ਕਿਵੇਂ। ਕਿਉਂ ਕਰ ਇਹ ਮਨ ਮਾਰੀਏ, ਕਿਉਂ ਕਰ ਮਿਰਤਕ ਹੋਏ। ਕਿਉਂ ਕਰ ਦਾ ਮਤਲਬ ਕਿਵੇਂ, ਕਿਵੇਂ ਇਸ ਮਨ ਨੂੰ ਮਾਰੀਏ ਤੇ ਕਿਵੇਂ ਇਹ ਮਿਰਤਕ ਹੋਵੇ। ਮਿਰਤਕ ਹੋਣ ਦਾ ਮਤਲਬ ਕਿ ਦੁਨੀਆ ਦੇ ਚਸਕਿਆਂ ਵੱਲੋਂ ਕਿਵੇਂ ਹਟੇ, ਵਿਕਾਰਾਂ ਵੱਲੋਂ, ਪਾਪਾਂ ਅਪਰਾਧਾਂ ਵੱਲੋਂ ਕਿਵੇਂ ਹਟੇ, ਪਾਪਾਂ ਵਿਕਾਰਾਂ ਵੱਲੋਂ ਕਿਵੇਂ ਮਰੇ, ਕਿਵੇਂ ਇਹਨੂੰ ਮਾਰੀਏ, ਕਿਵੇਂ ਇਹਨੂੰ ਕਾਬੂ ਕਰੀਏ। ਮਨ ਮਾਰਨ ਦਾ ਮਤਲਬ ਹੈ ਵਿਕਾਰਾਂ ਵੱਲੋਂ ਮਨ ਨੂੰ ਹਟਾਉਣਾ। ਕਹਿਆ ਸ਼ਬਦ ਨਾ ਮਾਨਈ, ਹਉਮੈ ਛੱਡੈ ਨਾ ਕੋਈ। ਨਾ ਮਾਨਈ ਦਾ ਮਤਲਬ ਨਹੀਂ ਮੰਨਦਾ। ਕਹਿਆ ਦਾ ਮਤਲਬ ਆਖਿਆ। ਕੋਈ ਵੀ ਮਨੁੱਖ ਆਖਿਆ ਸਮਝਾਇਆ ਨਾ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ, ਨਾ ਹਉਮੈ ਨੂੰ ਛੱਡਦਾ। ਕਹਿਆ ਸ਼ਬਦ ਨਾ ਮਾਨਈ, ਹਉਮੈ ਛੱਡੇ ਨਾ ਕੋਈ। ਜੋ ਗੁਰੂ ਦਾ ਕਿਹਾ ਹੋਇਆ ਸ਼ਬਦ ਹੈ ਉਹਨੂੰ ਮੰਨਦਾ ਨਹੀਂ, ਹਉਮੈ ਨੂੰ ਛੱਡਦਾ ਨਹੀਂ, ਤਾਂ ਮਿਰਤਕ ਕਿਵੇਂ ਹੋਵੇ। ਮਿਰਤਕ ਤੇ ਤਾਂ ਹੋਏਗਾ ਨਾ ਜੇ ਗੁਰੂ ਦੇ ਕਹੇ ਹੋਏ ਸ਼ਬਦ ਨੂੰ ਮੰਨ ਲਵੇ, ਅਮਲ ਕਰ ਲਵੇ। ਪਰ ਜੋ ਗੁਰੂ ਨੇ ਕਿਹਾ ਹੈ ਉਹਨੂੰ ਇਹ ਬੰਦਾ ਮੰਨਦਾ ਨਹੀਂ। ਜਿਵੇਂ ਮੈਂ ਰੋਜ਼ ਬੇਨਤੀ ਕਰ ਰਿਹਾ
ਗੁਰੂ ਜੀ ਸਾਨੂੰ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜਿਵੇਂ ਆਪਾਂ ਘਰ ਬਾਰ ਦੀ ਗੱਲ ਕਰਦੇ ਹਾਂ ਤਾਂ ਧੰਨ ਪੀਰ ਇਹ ਨਾ ਆਖੀਏ ਬਹਿਨ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧੰਨ ਪੀਰ ਕਹੀਏ ਸੋਏ। ਜੇ ਗੁਰੂ ਦੇ ਇਸ ਬਚਨ ਨੂੰ ਮੰਨ ਲੈਣ ਪਤੀ ਪਤਨੀ ਤਾਂ ਜੀਵਨ ਦੇ ਅੰਦਰ ਸ਼ਾਂਤੀ ਹੈ, ਖੁਸ਼ੀ ਹੈ, ਪ੍ਰਸੰਨਤਾ ਹੈ, ਰੱਬ ਵਰਗੇ ਹੋ ਕੇ ਜੀ ਸਕਦੇ ਨੇ। ਪਰ ਗੁਰੂ ਦੇ ਸ਼ਬਦ ਨੂੰ ਮੰਨਦੇ ਨਹੀਂ, ਆਪਣੀ ਹਉਮੈ ਨੂੰ ਛੱਡਦੇ ਨਹੀਂ। ਮਤਲਬ ਜੋ ਇਨਸਾਨ ਹੈ ਗੁਰੂ ਦੇ ਕਹੇ ਹੋਏ ਸੱਚ ਨੂੰ ਮੰਨ ਨਹੀਂ ਰਿਹਾ, ਆਪਣੀ ਹਉਮੈ ਨੂੰ ਛੱਡ ਨਹੀਂ ਰਿਹਾ, ਤਾਂ ਫਿਰ ਕਿਵੇਂ ਇਹ ਮਿਰਤਕ ਹੋਏਗਾ? ਤਾਂ ਇਹਦਾ ਮਤਲਬ ਕਿ ਗੁਰੂ ਦੇ ਸ਼ਬਦ ਨੂੰ ਮੰਨਣ ਦੇ ਨਾਲ ਮਿਰਤਕ ਹੋ ਸਕਦਾ ਹੈ। ਗੁਰ ਪ੍ਰਸਾਦੀ ਹਉਮੈ ਛੁੱਟੈ, ਜੀਵਨ ਮੁਕਤ ਸੋ ਹੋਏ। ਜੀਵਨ ਮੁਕਤ ਦਾ ਮਤਲਬ ਜਗਤ ਵਿੱਚ ਜਿਉਂਦਿਆਂ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ। ਸਤਿਗੁਰ ਦੀ ਮਿਹਰ ਨਾਲ ਹਉਮੈ ਦੂਰ ਹੁੰਦੀ ਹੈ। ਗੁਰ ਪ੍ਰਸਾਦੀ ਹਉਮੈ ਛੁੱਟੈ, ਸਤਿਗੁਰ ਦੀ ਮਿਹਰ ਨਾਲ ਹਉਮੈ ਮਿਟਦੀ ਹੈ। ਕਿਵੇਂ ਮਿਟਦੀ ਹੈ? ਕਿ ਹੁਣ ਗੁਰੂ ਜੀ ਨੇ ਕਿਹਾ ਸੱਚ ਬੋਲ, ਤੇ ਮੈਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਮੇਰੀ ਹਉਮੈ ਖਤਮ ਹੋ ਗਈ, ਕਿਉਂਕਿ ਮੈਂ ਗੁਰੂ ਦੇ ਬਚਨ ਨੂੰ ਮੰਨ ਲਿਆ ਹੂਬਹੂ। ਤੇ ਜੇ ਮੈਂ ਸੱਚ ਨਾ ਬੋਲਾਂ ਤਾਂ ਇਹਦਾ ਮਤਲਬ ਮੇਰੇ ਅੰਦਰ ਹਉਮੈ ਹੈ, ਮੈਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨ ਰਿਹਾ। ਤਾਂ ਗੁਰੂ ਦੇ ਪਾਵਨ ਬਚਨਾਂ ਨੂੰ ਅਮਲ ਵਿੱਚ ਲਿਆਉਣ ਦੇ ਨਾਲ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣ ਦੇ ਨਾਲ ਹਉਮੈ ਮਿਟ ਜਾਂਦੀ ਹੈ, ਹਉਮੈ ਛੁੱਟ ਜਾਂਦੀ ਹੈ। ਤੇ ਜਿਸ ਦੇ ਅੰਦਰੋਂ ਹਉਮੈ ਚਲੀ ਜਾਏ, ਜੋ ਗੁਰੂ ਦੇ ਬਚਨਾਂ ਨੂੰ ਅਪਣਾ ਲੈ, ਜੀਵਨ ਮੁਕਤ ਸੋ ਹੋਏ, ਉਹ ਬੰਦਾ ਜਿਉਂਦਾ ਹੀ ਮੁਕਤ ਹੁੰਦਾ ਹੈ। ਸਿਰਫ ਉਹ ਬੰਦਾ ਮੁਕਤ ਹੋਏਗਾ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਹਉਮੈ ਨੂੰ ਛੱਡ ਕੇ ਵਿਕਾਰਾਂ ਨੂੰ ਛੱਡ ਦੇਵੇਗਾ, ਉਹ ਬੰਦਾ ਮੁਕਤ ਹੋ ਜਾਏਗਾ। ਨਾਨਕ ਜਿਸ ਨੂੰ ਬਖਸ਼ੇ ਤਿਸ ਮਿਲੈ, ਤਿਸ ਬਿਘਨ ਨਾ ਲਾਗੈ ਕੋਈ। ਜਿਸ ਮਨੁੱਖ ਤੇ ਪ੍ਰਭੂ ਮਿਹਰ ਕਰਦਾ ਹੈ ਉਹਨੂੰ ਜੀਵਨ ਮੁਕਤ ਦਾ ਦਰਜਾ ਮਿਲ ਜਾਂਦਾ ਹੈ, ਤੇ ਉਹਨੂੰ ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਵਿਘਨ ਨਹੀਂ ਲੱਗਦਾ, ਉਹਦੇ ਆਤਮਿਕ ਜੀਵਨ ਵਿੱਚ ਕੋਈ ਰੋਕ ਨਹੀਂ ਪੈਂਦੀ, ਉਹਦੇ ਆਤਮਿਕ ਜੀਵਨ ਨੂੰ ਕੋਈ ਨਹੀਂ ਉਹਨੂੰ ਰੋਕ ਸਕਦਾ ਕਿ ਤੂੰ ਆਤਮਿਕ ਆਨੰਦ ਨਾ ਮਾਣੇ, ਕੋਈ ਵਿਘਨ ਉਹਨੂੰ ਅਟਕਾ ਨਹੀਂ ਸਕਦਾ। ਜੋ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਏ, ਤੇ ਰੱਬ ਦੀ ਰਹਿਮਤ ਦਾ ਪਾਤਰ ਕੌਣ ਬਣੇਗਾ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ, ਜੋ ਗੁਰੂ ਗਿਆਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਏਗਾ, ਜੋ ਹਉਮੈ ਨੂੰ ਛੱਡ ਦੇਗਾ, ਜੋ ਜੀਵਨ ਮਿਰਤਕ ਹੋ ਜਾਏਗਾ, ਜੋ ਆਪਣੇ ਵਿਕਾਰਾਂ ਨੂੰ ਛੱਡ ਕੇ ਗੁਣਾਂ ਦੇ ਨਾਲ ਜੁੜ ਜਾਏਗਾ, ਤਾਂ ਉਹ ਰੱਬ ਦੇ ਵਿੱਚ ਮਿਲ ਜਾਏਗਾ, ਉਹਨੂੰ ਆਤਮਿਕ ਜੀਵਨ ਮਿਲੇਗਾ। ਉਹਦੇ ਆਤਮਿਕ ਜੀਵਨ ਵਿੱਚ ਫਿਰ ਕੋਈ ਵਿਘਨ ਨਹੀਂ, ਉਹਨੂੰ ਕੋਈ ਅਟਕਾ ਨਹੀਂ ਸਕਦਾ। ਹਾਂ, ਉਹਨੂੰ ਆਰੇ ਨਾਲ ਚੀਰ ਸਕਦੇ ਹੋ, ਉਹਨੂੰ ਦੇਗਾਂ ਵਿੱਚ ਉਬਾਲ ਸਕਦੇ ਹੋ, ਉਹਨੂੰ ਨੀਹਾਂ ਵਿੱਚ ਚਿਣ ਸਕਦੇ ਹੋ ਸਰੀਰ ਨੂੰ, ਉਹਦੇ ਨੂੰ, ਪਰ ਉਹਦੀ ਜ਼ਮੀਰ ਨੂੰ ਨਹੀਂ ਮਾਰ ਸਕਦੇ। ਉਹਨੂੰ ਆਤਮਿਕ ਜੀਵਨ ਤੋਂ, ਸੱਚ ਤੋਂ ਦੂਰ ਨਹੀਂ ਕਰ ਸਕਦੇ। ਮਹਿਲਾ ਤੀਜਾ, ਜੀਵਤ ਮਰਨਾ ਸਭ ਕੋਕ ਹੈ, ਜੀਵਨ ਮੁਕਤ ਕਿਉਂ ਹੋਏ। ਜੀਵਤ ਮਰਨਾ ਸਭ ਕੋਕ ਹੈ, ਜਗਤ ਵਿੱਚ ਜਿਉਂਦਿਆਂ ਜਗਤ ਵੱਲੋਂ ਮਰਨ ਦੀਆਂ ਗੱਲਾਂ ਸਭ ਕੋਈ ਕਰਦੇ ਨੇ। ਸਭ ਕੋ ਕਹੇ ਦਾ ਮਤਲਬ ਹਰ ਕੋਈ ਬੰਦਾ ਕਹਿ ਰਿਹਾ ਹੈ, ਹਰ ਕੋਈ ਬੰਦਾ ਗੁਣਾਂ ਦੀ ਗੱਲ ਕਰ ਰਿਹਾ ਹੈ, ਔਗੁਣਾਂ ਨੂੰ ਛੱਡਣ ਦੀ ਗੱਲ ਕਰ ਰਿਹਾ ਹੈ, ਜਗਤ ਵੱਲੋਂ ਮਰਨ ਦੀਆਂ ਗੱਲਾਂ ਕਰ ਰਿਹਾ ਹੈ। ਜੀਵਨ ਮੁਕਤ ਕਿਉਂ ਹੋਏ? ਪਰ ਗੁਰੂ ਜੀ ਕਹਿੰਦੇ ਨੇ ਗੱਲਾਂ ਦੇ ਨਾਲ ਤੇ ਮਿਲਦੀ ਨਹੀਂ ਇਹ ਮੁਕਤੀ, ਗੱਲਾਂ ਤੇ ਸਾਰੇ ਕਰ ਰਹੇ ਨੇ। ਇਹ ਜੀਵਨ ਮੁਕਤੀ ਪ੍ਰਾਪਤ ਕਿਵੇਂ ਹੋਵੇ? ਜੀਵਨ ਮੁਕਤੀ ਮਿਲੇ ਕਿਵੇਂ? ਗੱਲਾਂ ਸਾਰੇ ਕਰ ਰਹੇ ਨੇ। ਦੇਖੋ, ਇਹ ਦੁਨੀਆ ਵਿੱਚ ਹਰ ਬੰਦਾ ਕਹਿ ਰਿਹਾ ਹੈ ਸੱਚ ਬੋਲੋ, ਪਿਆਰ ਨਾਲ ਰਹੋ, ਝੂਠ ਨਾ ਬੋਲੋ, ਗੁਰਮਤ ਲਾਗੂ ਹੋਣੀ ਚਾਹੀਦੀ ਹੈ ਜੀ, ਧਰਮ ਲਾਗੂ ਹੋਣਾ ਚਾਹੀਦਾ ਹੈ ਜੀ, ਪਿਆਰ ਨਾਲ ਜੀਣਾ ਚਾਹੀਦਾ ਹੈ, ਰਿਸ਼ਵਤ ਨਹੀਂ ਲੈਣੀ ਚਾਹੀਦੀ, ਚੋਰੀ ਨਹੀਂ ਕਰਨੀ ਚਾਹੀਦੀ, ਬੇਈਮਾਨੀ ਨਹੀਂ ਕਰਨੀ ਚਾਹੀਦੀ। ਕੋਈ ਇੱਕ ਵੀ ਬੰਦਾ ਇਹ ਨਹੀਂ ਕਹਿ ਰਿਹਾ ਕਿ ਪਾਪ ਕਰਨੇ ਚਾਹੀਦੇ ਨੇ, ਕਤਲ ਕਰਨੇ ਚਾਹੀਦੇ ਨੇ ਜਾਂ ਬਲੈਕ ਕਰਨੀ ਚਾਹੀਦੀ, ਕੋਈ ਵੀ ਨਹੀਂ ਕਹਿ ਰਿਹਾ। ਜਿਹੜੇ ਨਸ਼ਿਆਂ ਦੀ ਬਲੈਕ ਕਰ ਰਹੇ ਨੇ ਉਹ ਵੀ ਕਹਿ ਰਹੇ ਨੇ ਨਹੀਂ ਕਰਨਾ ਚਾਹੀਦਾ, ਝੂਠ ਬੋਲਣ ਵਾਲੇ ਕਹਿ ਰਹੇ ਨੇ ਝੂਠ ਨਹੀਂ ਬੋਲਣਾ ਚਾਹੀਦਾ, ਲੇਕਿਨ ਬੋਲੀ ਜਾ ਰਹੇ ਨੇ। ਤਾਂ ਕਿਵੇਂ ਜੀਵਨ ਮਿਰਤਕ ਹੋਵੇ? ਅਗਲੇ ਸ਼ਬਦ ਵਿੱਚ ਸਾਨੂੰ ਸਾਧਨ ਦੱਸ ਰਹੇ ਨੇ। ਦੇਖੋ, ਹਰ ਸਮੱਸਿਆ ਦਾ ਸੋਲੂਸ਼ਨ ਕਿੰਨੇ ਪਿਆਰ ਨਾਲ ਸਮਝਾ ਰਹੇ ਨੇ। ਭੈ ਕਾ ਸੰਜਮ ਜੇ ਕਰੇ, ਦਾਰੂ ਭਾਉ ਲਾਏ। ਸੰਜਮ ਦਾ ਮਤਲਬ ਹੁੰਦਾ ਹੈ ਪਰਹੇਜ਼, ਦਾਰੂ ਦਾ ਮਤਲਬ ਦਵਾਈ। ਜਿਵੇਂ ਕਿਸੇ ਡਾਕਟਰ ਕੋਲ ਜਾਈਏ ਨਾ, ਤਾਂ ਉਹ ਸਾਨੂੰ ਦਵਾਈ ਦਿੰਦੇ ਨੇ ਕਿਸੇ ਰੋਗ ਤੋਂ ਬਚਣ ਲਈ, ਤੇ ਨਾਲ ਪਰਹੇਜ਼ ਦੱਸਦੇ ਨੇ ਵੀ ਖਾਂਸੀ ਲੱਗੀ ਹੈ, ਇਹ ਦਵਾਈ ਦੀਆਂ 3 ਖੁਰਾਕਾਂ ਦਿਨ ਵਿੱਚ ਲੈਣੀਆਂ ਨੇ, ਤੇ ਖੱਟੇ ਵਗੈਰਾ ਜਿਹੜੇ ਪਦਾਰਥ ਨਹੀਂ ਖਾਣੇ, ਠੰਡਾ ਪਾਣੀ ਨਹੀਂ ਪੀਣਾ, ਜਾਂ ਜੋ ਵੀ ਉਹ ਪਰਹੇਜ਼ ਦੱਸਦੇ ਨੇ ਵੀ ਇਹ ਪਰਹੇਜ਼ ਰੱਖਣਾ ਹੈ।
ਹੁਣ ਕੋਈ ਕੱਲੀ ਦਵਾਈ ਖਾਈ ਜਾਏ, ਪਰਹੇਜ਼ ਨਾ ਰੱਖੇ ਤਾਂ ਠੀਕ ਨਹੀਂ ਨਾ ਹੋਏਗਾ ਉਹ। ਇਸ ਲਈ दारू ਔਰ ਪਰਹੇਜ਼ ਇਹ ਦੋਵੇਂ ਚੀਜ਼ਾਂ ਜ਼ਰੂਰੀ ਨੇ। ਸੰਜਮ ਦਾ ਮਤਲਬ ਪਰਹੇਜ਼, ਭੈ ਕਾ ਸੰਜਮ ਜੇ ਕਰੇ। ਜੇ ਮਨੁੱਖ ਦੁਨੀਆ ਦੇ ਚਸਕਿਆਂ ਨੂੰ ਦੂਰ ਕਰਨ ਲਈ ਪ੍ਰਭੂ ਦੇ ਪਿਆਰ ਨੂੰ ਦਵਾਈ ਬਣਾ ਲੈ, दारू ਭਾਉ ਲਾਏ, दारू ਦਾ ਮਤਲਬ ਦਵਾਈ, ਰੱਬ ਦੇ ਪਿਆਰ ਨੂੰ ਤੇ ਦਵਾਈ ਬਣਾਏ, ਤੇ ਭੈ ਦਾ ਸੰਜਮ ਕਰੇ। ਭੈ ਦਾ ਮਤਲਬ ਅਦਬ ਦਾ ਸੰਜਮ ਕਰੇ, ਡਰ ਦਾ ਪਰਹੇਜ਼ ਰੱਖੇ, ਡਰ ਆਪਣੇ ਜੀਵਨ ਵਿੱਚ ਰੱਖੇ। ਪ੍ਰੇਮ ਪ੍ਰਭੂ ਦੇ ਨਾਲ, ਤੇ ਪ੍ਰਭੂ ਦੇ ਨਾਲ ਪ੍ਰੇਮ ਦਾ ਮਤਲਬ ਰੱਬੀ ਗੁਣਾਂ ਦੇ ਨਾਲ ਪਿਆਰ, ਰੱਬ ਦੀ ਖਲਕਤ ਨਾਲ ਪਿਆਰ, ਰੱਬ ਦੇ ਹੁਕਮ ਦੇ ਨਾਲ ਪਿਆਰ, ਯਾਨੀ ਦਿਲੀ ਪਿਆਰ ਦੇ ਨਾਲ ਰੱਬੀ ਹੁਕਮ ਵਿੱਚ ਤੁਰੇ, ਦਿਲੀ ਪਿਆਰ ਦੇ ਨਾਲ ਸਤ ਸੰਤੋਖ ਆਦਿ ਗੁਣਾਂ ਦਾ ਧਾਰਨੀ ਹੋਵੇ। ਇੱਕ ਓੰਕਾਰ ਤੋਂ ਲੈ ਕੇ ਜੋ ਮੂਲ ਮੰਤਰ ਤੱਕ ਗੁਣ ਨੇ, ਉਹਨਾਂ ਦੇ ਨਾਲ ਦਿਲੀ ਪਿਆਰ ਕਰੇ, ਇਹਨੂੰ ਦਵਾਈ ਬਣਾਏ, ਰੱਬ ਦੇ ਪਿਆਰ ਨੂੰ। ਤੇ ਭੈ ਦਾ ਮਤਲਬ ਡਰ ਨਾਲ ਸੰਜਮ ਵੀ ਰੱਖੇ, ਅੰਦਰ ਇਹ ਅਦਬ ਵੀ ਹੋਵੇ ਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਏ, ਬੇਪਰਵਾਹ ਨਾ, ਲਾਪਰਵਾਹ ਨਾ ਹੋਵੇ, ਲਾਪਰਵਾਹ ਨਾ ਹੋ ਜਾਏ। ਸੰਜਮ ਰੱਖੇ, ਆਪਣੇ ਗਿਆਨ ਇੰਦਰੀਆਂ ਨੂੰ ਸੰਜਮ ਵਿੱਚ ਰੱਖੇ, ਕੰਨਾਂ ਨੂੰ ਸੰਜਮ ਵਿੱਚ ਰੱਖੇ, ਨਿੰਦਾ ਚੁਗਲੀ ਨਾ ਸੁਣੇ, ਅੱਖਾਂ ਨੂੰ ਸੰਜਮ ਵਿੱਚ ਰੱਖੇ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੇ ਔਰ ਪ੍ਰਭੂ ਦੇ ਨਾਲ ਪਿਆਰ ਕਰੇ। ਸ਼ੁਭ ਗੁਣਾਂ ਨੂੰ ਵਰਤੇ ਔਰ ਅਸ਼ੁਭ ਜਿਹੜੇ ਗੁਣ ਨੇ ਉਹਨਾਂ ਵੱਲੋਂ ਪਰਹੇਜ਼ ਰੱਖੇ, ਤਾਂ ਜੀਵਨ ਮਿਰਤਕ ਹੋ ਸਕਦਾ ਹੈ। ਆਂਦਿਨ ਗੁਣ ਗਾਵੇ ਸੁਖ ਸਹਿਜੇ, ਬਿਖ ਭਵਜਲ ਨਾਮ ਤਰੇ। ਨਾਮ ਦਾ ਮਤਲਬ ਨਾਮ ਰਾਹੀਂ, ਹੁਕਮ ਰਾਹੀਂ। ਆਂਦਿਨ ਦਾ ਮਤਲਬ ਦਿਨ ਰਾਤ ਹਰ ਪਲ। ਗੁਣ ਗਾਵੇ ਦਾ ਮਤਲਬ ਗੁਣਾਂ ਨੂੰ ਇੰਪਲੀਮੈਂਟ ਕਰੇ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ, ਹਰ ਰੋਜ਼ ਨਿਤ ਆਨੰਦ ਦੇ ਨਾਲ ਅਡੋਲਤਾ ਵਿੱਚ ਟਿਕ ਕੇ ਪ੍ਰਭੂ ਦੇ ਗੁਣ ਗਾਏ, ਪ੍ਰਭੂ ਦੇ ਗੁਣਾਂ ਦਾ ਧਾਰਨੀ ਹੋਵੇ, ਸਿਫਤ ਸਲਾਹ ਕਰੇ। ਬਿਖ ਭਵਜਲ ਦਾ ਮਤਲਬ ਇਹ ਜ਼ਹਿਰੀਲੇ ਸੰਸਾਰ ਸਮੁੰਦਰ ਨੂੰ ਤਰ ਜਾਏਗਾ। ਬਿਖ ਦਾ ਜਿਹੜਾ ਸਮੁੰਦਰ ਹੈ ਨਾ, ਜ਼ਹਿਰ ਦਾ ਸਮੁੰਦਰ ਕਿਹੜਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਭ ਜ਼ਹਿਰ ਦਾ ਸਮੁੰਦਰ ਹੈ। ਇਹਨਾਂ ਚੋਂ ਪਾਰ ਲੰਘ ਜਾਏਗਾ, ਤਰ ਜਾਏਗਾ। ਕੌਣ? ਜਿਹੜਾ ਦਿਨ ਰਾਤ ਆਨੰਦ ਨਾਲ, ਪਿਆਰ ਦੇ ਨਾਲ ਗੁਣ ਰਵੇ, ਗੁਣ ਗਾਵੇ ਦਾ ਮਤਲਬ ਗੁਣਾਂ ਨੂੰ ਇੰਪਲੀਮੈਂਟ ਜਿਹੜਾ ਕਰਦਾ ਹੈ, ਉਹ ਵਿਕਾਰਾਂ ਦੇ ਸਾਗਰ ਨੂੰ ਆਰਾਮ ਦੇ ਨਾਲ ਤਰ ਜਾਂਦਾ ਹੈ। ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਤੇ ਮਿਹਰ ਦੀ ਨਜ਼ਰ ਕਰਦਾ ਹੈ, ਸਤਿਗੁਰ ਦੀ ਰਾਹੀਂ ਇਹ ਜੀਵਨ ਮੁਕਤੀ ਪਾ ਲੈਂਦਾ ਹੈ। ਗੁਰਮੁਖ ਪਾਈਐ ਦਾ ਮਤਲਬ ਗੁਰੂ ਦੇ ਜ਼ਰੀਏ। ਜੋ ਰੱਬ ਦੀ ਰਹਿਮਤ ਦਾ ਪਾਤਰ ਬਣਦਾ ਹੈ, ਉਹ ਗੁਰੂ ਦੇ ਜ਼ਰੀਏ ਇਹ ਜੀਵਨ ਮੁਕਤੀ ਹਾਸਲ ਕਰ ਲੈਂਦਾ ਹੈ। ਪੌੜੀ ਦੂਜਾ ਭਾਉ ਰਚਾਇਉਨ ਤ੍ਰੈਗੁਣ ਵਰਤਾਰਾ। ਪ੍ਰਭੂ ਨੇ ਇਹ ਤ੍ਰੈਗੁਣਾਂ ਦਾ ਵਰਤਾਰਾ, ਭਾਵੇਂ ਸ੍ਰਿਸ਼ਟੀ ਰਚੀ ਹੈ। ਤ੍ਰੈਗੁਣ ਦਾ ਮਤਲਬ ਜੋ ਮਾਇਆ ਹੈ, ਸ੍ਰਿਸ਼ਟੀ ਹੈ, ਸਾਰਾ ਸੰਸਾਰ ਹੈ, ਤਿੰਨਾਂ ਗੁਣਾਂ ਦੇ ਵਿੱਚ ਜੋ ਵਿਚਰਨ ਵਾਲੇ ਜੀਵ ਜੰਤ ਨੇ, ਇਹ ਸਾਰਾ ਵਰਤਾਰਾ, ਇਹ ਸਾਰਾ ਵਰਤਾਰਾ ਪ੍ਰਭੂ ਨੇ ਰਚਾਇਆ ਹੈ। ਦੂਜਾ ਭਾਵ ਪਰ ਜੀਵ ਨੇ ਆਪਣੇ ਅੰਦਰ ਦੂਜਾ ਭਾਵ ਪੈਦਾ ਕਰ ਲਿਆ ਹੈ। ਇਹਨਾਂ ਨੇ ਦ્વੈਤ ਭਾਵ ਪੈਦਾ ਕਰ ਲਿਆ ਹੈ। ਰੱਬ ਨੇ ਤਾਂ ਸੰਸਾਰ ਇੱਕ ਹੀ ਬਣਾਇਆ ਹੈ। ਤ੍ਰੈਗੁਣ ਵਰਤਾਰਾ ਜਿਹੜਾ ਸਾਰਾ ਸੰਸਾਰ ਹੈ, ਰੱਬ ਨੇ ਇੱਕ ਹੀ ਬਣਾਇਆ ਹੈ। ਪਰ ਦੂਜਾ ਭਾਵ ਰਚਾਇਉਨ, ਇੱਥੇ ਆਮ ਜੀਵਾਂ ਨੇ ਦੂਜਾ ਭਾਵ ਰਚਾ ਲਿਆ ਹੈ, ਦੂਜਾ ਭਾਵ ਪੈਦਾ ਕਰ ਲਿਆ ਹੈ। ਮੇਰ ਤੇਰ ਦੇ ਵਿਤਕਰੇ ਪੈਦਾ ਕਰ ਲਏ ਨੇ। ਰੱਬ ਨੇ ਤਾਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਰ ਲੋਕਾਂ ਨੇ ਇੱਥੇ ਚਾਰ ਵਰਨ ਬਣਾ ਲਏ, ਚਾਰ ਜਾਤਾਂ ਬਣਾ ਲਈਆਂ। ਰੱਬ ਨੇ ਇੱਕ ਪ੍ਰਿਥਵੀ ਬਣਾਈ, ਅਸੀਂ ਇੱਥੇ ਦੇਸ਼ਾਂ ਦੀਆਂ ਸੀਮਾਵਾਂ ਬਣਾ ਲਈਆਂ। ਰੱਬ ਨੇ ਬੰਦੇ ਬਣਾਏ, ਅਸੀਂ ਜਾਤਾਂ ਬਣਾ ਲਈਆਂ। ਤਾਂ ਇਹ ਦ્વੈਤ ਭਾਵ, ਮੇਰ ਤੇਰ ਦੇ ਵਿਤਕਰੇ ਬੰਦੇ ਨੇ ਆਪ ਪੈਦਾ ਕੀਤੇ ਨੇ। ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ, ਹੁਕਮ ਕਮਾਵਨ ਕਾਰਾ। ਹੁਣ ਗੁਰੂ ਜੀ ਕਹਿੰਦੇ ਨੇ, ਤਿੰਨਾਂ ਗੁਣਾਂ ਤੋਂ ਤਿੰਨੇ ਦੇਵਤੇ ਬ੍ਰਹਮਾ, ਵਿਸ਼ਨੂੰ ਔਰ ਮਹੇਸ਼ ਵੀ ਉਸ ਪ੍ਰਭੂ ਨੇ ਬਣਾਏ ਨੇ, ਤੇ ਹੁਕਮ ਦੇ ਅੰਦਰ ਕਾਰ ਕਮਾ ਰਹੇ ਨੇ। ਹੁਣ ਦੇਖੋ, ਇੱਥੇ ਗੁਰੂ ਜੀ ਸਾਡਾ ਇੱਕ ਭਰਮ ਕੱਢ ਰਹੇ ਨੇ। ਆਮ ਕਿਹਾ ਜਾਂਦਾ ਹੈ ਕਿ ਬ੍ਰਹਮਾ ਨੇ ਇਹ ਸੰਸਾਰ ਬਣਾਇਆ ਹੈ, ਵਿਸ਼ਨੂੰ ਇਸ ਸੰਸਾਰ ਦੀ ਪਾਲਣਾ ਕਰ ਰਿਹਾ ਹੈ, ਸ਼ਿਵ ਇਸ ਸੰਸਾਰ ਦਾ ਸੰਘਾਰ ਕਰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ, ਨਾ ਪਿਆਰਿਓ, ਜੇ ਹੈ ਨੇ ਤੇ ਰੱਬ ਨਹੀਂ ਪੈਦਾ ਕੀਤੇ ਨੇ, ਰੱਬ ਦੇ ਹੁਕਮ ਵਿੱਚ ਨੇ।
ਸੰਸਾਰ ਇਹਨਾਂ ਦੇ ਹੁਕਮ ਵਿੱਚ, ਕਿਸੇ ਦੇਵੀ ਦੇਵਤੇ ਦੇ ਹੁਕਮ ਵਿੱਚ ਨਹੀਂ ਹੈ। ਇਹ ਸਾਰਾ ਸੰਸਾਰ ਜਿਹੜਾ ਹੈ ਉਹ ਸਾਰੇ ਦਾ ਸਾਰਾ ਜਗਤ ਰੱਬੀ ਹੁਕਮ ਦੇ ਅੰਦਰ ਕਾਰ ਕਰ ਰਿਹਾ ਹੈ। ਪੰਡਿਤ ਪੜਦੇ ਜੋਤ ਕੀ, ਨਾ ਬੂਝੇ ਵਿਚਾਰਾ। ਜੋਤ ਕੀ ਦਾ ਮਤਲਬ ਜੋਤਸ਼ੀ, ਪੰਡਿਤ ਦਾ ਮਤਲਬ ਵਿਦਵਾਨ, ਜੋਤਸ਼ੀ ਆਦਿਕ ਵਿਦਵਾਨ ਲੋਕ ਵਿਚਾਰਾਂ ਵਾਲੀਆਂ ਪੁਸਤਕਾਂ ਪੜ੍ਹਦੇ ਨੇ, ਜੋਤਿਸ਼ ਆਦਿਕ ਪੜ੍ਹਦੇ ਨੇ, ਪਰ ਨਾ ਬੂਝੇ ਵਿਚਾਰਾ, ਪ੍ਰਭੂ ਦੀ ਵਿਚਾਰ ਨੂੰ ਨਹੀਂ ਸਮਝਦੇ। ਜੋ ਯੂਨੀਵਰਸਲ ਟਰੁੱਥ ਹੈ ਉਹਨੂੰ ਨਹੀਂ ਸਮਝਦੇ, ਯੂਨੀਵਰਸਲ ਟਰੁੱਥ ਦੇ ਉੱਤੇ ਕੰਮ ਨਹੀਂ ਕਰਦੇ, ਜਾਂ ਯੂਨੀਵਰਸਲ ਟਰੁੱਥ ਜਾਂ ਜੋ ਰੱਬੀ ਹੁਕਮ ਹੈ ਉਹਨੂੰ ਸਮਝਣ ਦਾ ਯਤਨ ਨਹੀਂ ਕਰਦੇ। ਔਰ ਹਕੀਕਤ ਹੈ, ਜਿਵੇਂ ਆਮ ਜੋਤਸ਼ੀ ਜਾਂ ਹੋਰ ਕਈ ਬਾਬੇ ਕਹਿ ਦਿੰਦੇ ਨੇ ਕਿ ਤੁਸੀਂ ਇਹ ਕੰਮ ਕਰ ਲਓ ਤੇ ਤੁਹਾਡਾ ਇਹ ਕੰਮ ਰਾਸ ਹੋ ਜਾਏਗਾ, ਤੁਹਾਡੇ ਘਰੋਂ ਕਲੇਸ਼ ਮਿਟ ਜਾਏਗਾ, ਇੱਕ ਨਾਰੀਅਲ ਪਾਣੀ ਵਿੱਚ ਰੋੜ ਆਓ। ਹੁਣ ਨਹਿਰ ਵਿੱਚ ਨਾਰੀਅਲ ਰੋੜਨ ਦਾ ਕਲੇਸ਼ ਦੇ ਨਾਲ ਕੀ ਸੰਬੰਧ ਹੈ? ਨਾਰੀਅਲ ਨੇ ਥੋੜਾ ਕਲੇਸ਼ ਪਾਇਆ। ਜੇ ਤੇ ਨਾਰੀਅਲ ਨੇ ਕਲੇਸ਼ ਪਾਇਆ ਹੋਏ ਤਾਂ ਉਹਨੂੰ ਭੰਨ ਦਿਓ, ਸਾੜ ਦਿਓ, ਅੱਗ 'ਚ ਰੋੜ ਦਿਓ, ਜ਼ਮੀਨ 'ਚ ਦੱਬ ਦਿਓ, ਉਹਨੂੰ ਟੁਕੜੇ ਟੁਕੜੇ ਕਰ ਦਿਓ, ਕਿਉਂਕਿ ਉਹਨੇ ਕਲੇਸ਼ ਪਾਇਆ ਤੁਹਾਡੇ ਘਰ। ਪਰ ਨਾਰੀਅਲ ਨੇ ਤੇ ਵਿਚਾਰੇ ਨੇ ਕਲੇਸ਼ ਪਾਇਆ ਨਹੀਂ। ਕਲੇਸ਼ ਤੇ ਤੁਸੀਂ ਆਪ ਪਾ ਕੇ ਬੈਠੇ ਹੋ, ਆਪਣੀ ਬੇਅਕਲੀ ਕਰਕੇ, ਆਪਣੀ ਬੇਸਮਝੀ ਕਰਕੇ। ਆਪਣੀ ਬੇਸਮਝੀ ਨੂੰ ਦੂਰ ਕਰੋ, ਔਗੁਣਾਂ ਨੂੰ ਦੂਰ ਕਰੋ, ਗੁਣਾਂ ਦੇ ਧਾਰਨੀ ਹੋ ਤੇ ਨਾਰੀਅਲ ਵੈਸੇ ਕੱਟ ਕੇ ਖਾ ਲਓ, ਸਾਰਾ ਟੱਬਰ ਰਲ ਕੇ ਖਾਓ, ਰੋੜਨ ਦਾ ਕੀ ਫਾਇਦਾ? ਤਾਂ ਗੁਰੂ ਜੀ ਕਹਿੰਦੇ ਨੇ ਪੰਡਿਤ ਜੋਤਸ਼ੀ ਆਦਿਕ ਐਸੀਆਂ ਵਿਚਾਰਾਂ ਪੜ੍ਹਦੇ ਨੇ ਪਰ ਸੱਚ ਦੀ ਵਿਚਾਰ ਨੂੰ ਨਹੀਂ ਸਮਝਦੇ। ਸਭ ਕੁਛ ਤੇਰਾ ਖੇਲ ਹੈ, ਸੱਚ ਸਿਰਜਣਹਾਰਾ। ਇਹ ਜਗਤ ਰਚਨਾ ਸਾਰਾ ਤੇਰਾ ਖੇਲ ਹੈ ਤੇ ਤੂੰ ਇਸ ਖੇਲ ਨੂੰ ਬਣਾਉਣ ਵਾਲਾ ਹੈ ਔਰ ਸਦਾ ਕਾਇਮ ਰਹਿਣ ਵਾਲਾ ਹੈ। हे ਪ੍ਰਭੂ, ਇਹ ਜਗਤ ਸਾਰਾ ਤੇਰਾ ਖੇਲ ਹੈ, ਇਹ ਤੇਰੀ ਰਚਨਾ ਹੈ, ਤੂੰ ਸदैव ਹੈ ਔਰ ਤੂੰ ਸੱਚਾ ਹੈ। ਜਿਸ ਭਾਵੈ ਤਿਸ ਬਖਸ਼ ਲਹੈ, ਸੱਚ ਸ਼ਬਦ ਸਮਾਈ। ਜਿਸ ਭਾਵੈ, ਜੋ ਤੈਨੂੰ ਭਾਉਂਦਾ ਹੈ ਉਹਨੂੰ ਤੂੰ ਬਖਸ਼ ਲੈਣਾ ਹੈ। ਸੱਚ ਸ਼ਬਦ ਸਮਾਈ, ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ, ਸੱਚ ਦਾ ਮਤਲਬ ਸੱਚ ਵਿੱਚ। ਉਹ ਗੁਰੂ ਦੇ ਸ਼ਬਦ ਉਪਦੇਸ਼ ਰਾਹੀਂ ਸੱਚ ਦੇ ਅੰਦਰ ਸਮਾਇਆ ਰਹਿੰਦਾ ਹੈ। ਯਾਨੀ ਜਿਹੜਾ ਤੈਨੂੰ ਭਾਉਂਦਾ ਹੈ, ਜਿਹਨੂੰ ਤੂੰ ਬਖਸ਼ ਲੈਣਾ, ਉਹਦੀ ਨਿਸ਼ਾਨੀ ਦੱਸ ਰਹੇ ਨੇ, ਸੱਚ ਸ਼ਬਦ ਸਮਾਈ, ਕਿ ਉਹ ਸ਼ਬਦ ਰਾਹੀਂ ਸੱਚ ਦੇ ਅੰਦਰ ਸਮਾਇਆ ਰਹਿੰਦਾ ਹੈ। ਉਹ ਰੱਬ ਦੀ ਰਹਿਮਤ ਦਾ ਪਾਤਰ ਬਣ ਜਾਂਦਾ ਹੈ, ਉਹ ਬਖਸ਼ਿਆ ਜਾਂਦਾ ਹੈ, ਉਹ ਰੱਬ ਦੀ ਕਸਵੱਟੀ ਤੇ ਪੂਰਾ ਉਤਰ ਜਾਂਦਾ ਹੈ, ਉਹ ਪਰਖ ਵਿੱਚ ਪੂਰਾ ਉਤਰ ਜਾਂਦਾ ਹੈ, ਉਹਦਾ ਜੀਵਨ ਮੁਕੰਮਲ ਹੋ ਜਾਂਦਾ ਹੈ। ਯਾਨੀ ਉਹ ਸ਼ਬਦ ਰਾਹੀਂ ਸੱਚ ਦੇ ਅੰਦਰ ਸਮਾਇਆ ਰਹਿੰਦਾ ਹੈ, ਜਿਸ ਤੇ ਤੇਰੀ ਬਖਸ਼ਿਸ਼ ਔਰ ਰਹਿਮਤ ਹੁੰਦੀ ਹੈ। ਜੋ ਤੇਰੀ ਰਹਿਮਤ ਔਰ ਬਖਸ਼ਿਸ਼ ਦਾ ਪਾਤਰ ਬਣਦਾ ਹੈ, ਉਹ ਸੱਚ ਦੇ ਰਾਹੀਂ ਸ਼ਬਦ ਦੇ ਅੰਦਰ ਸਮਾਇਆ ਰਹਿੰਦਾ।